Please subscribe to our YouTube channel and press the bell icon for the latest updates. प्रोग्राम नाल जुड़े दर्शकों का बहुत बहुत स्वागत है जी। सब तो पहले प्यार ते सत्कार नाल सत श्री अकाल। ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਫਾਰਮਰ ਦੇ ਤਹਿਤ ਇੱਕ ਸੱਜੇ ਬਾਗਬਾਨ ਦੇ ਨਾਲ। ਸੁਖਪਾਲ ਸਿੰਘ ਭੁੱਲਰ ਹੈ ਜਿਹੜੇ ਉਹ ਅੱਜ ਸਾਡੇ ਮਹਿਮਾਨ ਹੈ। ਅਬੋਹਰ ਫਾਜ਼ਿਲਕਾ ਜਿਹੜੀ ਹੈ ਕਿੰਨੂਆਂ ਦੀ ਬੈਲਟ ਮੰਨੀ ਜਾਂਦੀ ਹੈ ਤੇ ਅੱਜ ਮੈਂ ਆਇਆ ਰਾਮਪੁਰੇ ਤੋਂ ਥੋੜਾ ਜਿਹਾ ਦੂਰ ਤੇ ਮੋੜਾਂ ਤੋਂ ਪਹਿਲਾਂ ਘੁੰਮਣ ਕਲਾਂ ਪਿੰਡ। ਭੁੱਲਰਾਂ ਦਾ ਇਕੱਲਾ ਕਹਿਰਾ ਹੀ ਘਰ ਹੈ ਤੇ ਐਨ ਸੂਏ ਦੇ ਉੱਤੇ ਇਹਨਾਂ ਦਾ ਜਿਹੜਾ ਬਾਗ ਹੈ, ਇਹਨਾਂ ਨੇ ਕਾਫੀ ਨਾਮਣਾ ਖੱਟਿਆ ਬਾਗਬਾਨੀ ਦੇ ਵਿੱਚ। ਨਾਲ ਨਾਲ ਇਹਨਾਂ ਦਾ ਇੱਕ ਨਵੇਕਲਾ ਪੱਖ ਇਹ ਹੈ ਕਿ ਵਿਦੇਸ਼ਾਂ ਦੇ ਵਿੱਚ ਯਾਤਰਾ ਕਰਕੇ ਜਿਹੜੀਆਂ ਸਰਕਾਰੀ ਤੇ ਗੈਰ ਸਰਕਾਰੀ ਡੈਲੀਗੇਸ਼ਨਾਂ ਦੇ ਨਾਲ ਤੇ ਨਿੱਜੀ ਤੌਰ ਤੇ ਜਾ ਕੇ ਜਿਹੜੀ ਮਾਡਰਨ ਆਧੁਨਿਕ ਜਿਹੜੀ ਮਸ਼ੀਨਰੀ ਜਿਹੜੀ ਪੰਜਾਬ ਦੀ ਖੇਤੀ ਨੂੰ ਜਾਂ ਬਾਗਬਾਨੀ ਨੂੰ ਚਾਹੀਦੀ ਸੀ ਉਹ ਦੇਖ ਕੇ ਆਏ ਤੇ ਉਹ ਮਹਿੰਗੀ ਇੰਨੀ ਸੀ ਕਿ ਇਹਨੂੰ ਹਰ ਫਾਰਮਰ ਹੈ ਜਿਹੜਾ ਉਹ ਆਪਣੇ ਵੱਸ 'ਚ ਨਹੀਂ ਸੀ ਲੈ ਸਕਦਾ। ਇਹਨਾਂ ਨੇ ਆਪਦੇ ਫਾਰਮ 'ਤੇ ਉਹਨੂੰ ਤਿਆਰ ਕੀਤਾ, ਜਿਵੇਂ ਕਹਿੰਦੇ ਜੁਗਾੜ ਲਾਏ। ਜੁਗਾੜ ਵੀ ਟੈਕਨੋਲੋਜੀ ਦੇ ਨਾਲ ਬਿਲਕੁਲ ਮੈਚ ਕਰਕੇ ਲਾਏ ਤੇ ਇਹਨਾਂ ਦਾ ਇਸ ਪੱਖ ਦੇ ਵਿੱਚ ਵੀ ਚੰਗਾ ਨਾਂ ਹੈ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਜਾਣਦੇ। ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਪਹਿਲਾਂ ਦਾ? ਬਹੁਤ ਵਧੀਆ ਜੀ। ਮੈਂ ਤੁਹਾਡੇ ਬਾਰੇ ਵੀ ਸੁਣਿਆ ਵੀ ਇਹ ਫਾਰਮਰ ਇਹੋ ਜਿਹਾ ਹੈ ਕਿ ਜਿਹੜਾ ਪੈਂਟ ਸ਼ਰਟ ਪਾਉਂਦਾ ਜੀ। ਕੀ ਗੱਲ, ਪੈਂਟ ਸ਼ਰਟ ਨਾਲ ਖੇਤੀ ਹੋ ਸਕਦੀ ਹੈ? ਇਹਦੇ ਵਿੱਚ ਇਹ ਹੈ ਜੀ, ਆਪਾਂ ਨੂੰ ਇੱਕ ਧਾਰਮਿਕ ਫਲਸਫਾ ਵੀ ਹੈ ਵੀ ਹਰ ਵੇਲੇ ਤਿਆਰ ਬਰ ਤਿਆਰ। ਠੀਕ ਹੈ ਨਾ। ਜਦੋਂ ਆਪਾਂ ਸੁਬਾਹ ਉੱਠਦੇ ਹਾਂ, PAU 'ਚ ਵੀ ਕੁਛ ਮੇਰੇ ਸ਼ੁਭਚਿੰਤਕ ਡਾਕਟਰ ਸਾਹਿਬਾਨ ਮੈਨੂੰ 4 to 11 ਕਹਿੰਦੇ ਆ ਵੀ 4 ਵਜੇ ਤੋਂ ਲੈ ਕੇ 11 ਵਜੇ ਤੱਕ ਐਂ ਹੀ ਮਿਲਦਾ ਤਿਆਰ ਬਰ ਤਿਆਰ। ਇਹ ਹੈ ਵੀ ਜੇ ਆਪਣੇ ਇੱਕ ਸਾਈਕੋਲੋਜੀ ਨਹੀਂ ਰਹਿੰਦੀ, ਜੇ ਆਪਾਂ ਨਹਾ ਕੇ ਪਰਨੀ ਜੀ ਬੰਨ੍ਹ ਕੇ ਉਹ ਕਰਦੇ ਹਾਂ ਵੀ ਤਿਆਰ ਹੋ ਕੇ ਭਾਵੇਂ ਟਰੈਕਟਰ ਚਲਾਉਣਾ, ਭਾਵੇਂ ਮਾਰਕੀਟਿੰਗ 'ਤੇ ਜਾਣਾ, ਜਾਨੀ ਤਿਆਰ ਬਰ ਤਿਆਰ। ਇੱਕ ਜਿਹੜੇ ਨਵੇਂ ਮੁੰਡਿਆਂ ਲਈ ਮੈਂ ਇੱਕ ਕਹਿ ਲਾਂ ਵੀ ਇੱਕ ਰਾਹ ਦਸੇਰੇ ਵਾਲੀ ਗੱਲ ਆ, ਉਹਨਾਂ ਨੂੰ ਐਂ ਲੱਗਦਾ ਵੀ ਖੇਤੀ ਤਾਂ ਇੱਕ ਪਰਨੇ ਜਿਹੇ ਵਾਲੇ ਅਤੇ ਇਸ ਤਰ੍ਹਾਂ ਦਾ ਕਿੱਤਾ, ਲਿਬੜਿਆ ਜਿਹਾ ਕਿੱਤਾ ਹੈ ਨਾ। ਅਤੇ ਉਹਨਾਂ ਨੂੰ ਦੇਖ ਕੇ ਵੀ ਐਂ ਵੀ ਇਹ ਯਾਰ ਹਰ ਵੇਲੇ ਚੜ੍ਹਿਆ ਧੜਿਆ ਰਹਿੰਦਾ ਹੈ ਨਾ, ਅਤੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਵੀ ਮੈਂ ਇਹਦਾ ਪਹਿਰਾਵਾ ਚੁਣਿਆ ਹੋਇਆ। ਬਾਗਬਾਨੀ ਵੱਲ ਕਿਵੇਂ ਆ ਗਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਅਬੋਹਰ ਫਾਜ਼ਿਲਕਾ ਵਾਲੀ ਬੈਲਟ ਹੈ ਜਿਹੜੀ ਕਿੰਨੂਆਂ ਦੀ ਬੜੀ ਖਾਸ ਹੈ, ਪਰ ਤੁਸੀਂ ਬਾਗਬਾਨੀ ਜਾਂ ਸਬਜ਼ੀਆਂ ਵਾਲਾ ਪਾਸਾ ਵੇਖੀਏ ਤਾਂ ਕਾਫੀ ਉੱਤੋਂ ਦੀ ਘੁੰਮ ਕੇ ਆਏ ਹੋ। ਜੀ। ਇਹਦਾ ਕਾਰਨ ਇਹ ਸੀ ਜੀ ਵੀ 89 'ਚ ਗ੍ਰੈਜੂਏਸ਼ਨ ਤੋਂ ਬਾਅਦ ਜਦੋਂ ਮੈਂ ਆਪਦੇ ਪਿਤਾ ਪੁਰਖੀ ਕਿੱਤੇ ਵੱਲ ਜਾਣੀ ਆਇਆ, ਉਹਦਾ ਕਾਰਨ ਇਹ ਸੀ ਵੀ ਸਾਡਾ ਪਰਿਵਾਰ ਸੀ ਜਿਹੜਾ ਇੱਕ ਧਾਰਮਿਕ ਫਲਸਫੇ ਦਾ ਪਰਿਵਾਰ ਸੀ ਜੀ, ਅਤੇ ਜਿਹਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਜੇ ਆਪਾਂ ਗੁਰਬਾਣੀ ਦਾ ਅਸਰ ਸੀ ਵੀ ਉੱਤਮ ਖੇਤੀ ਮੱਧ ਵਪਾਰ ਨਿਖਿੱਧ ਚੱਕਰੀ, ਉਹਦਾ ਵੀ ਅਸਰ ਸੀਗਾ ਵੀ ਜਿਸ ਇਹੋ ਜਿਹੇ ਸਾਨੂੰ ਪਰਿਵਾਰਕ ਸੰਸਕਾਰ ਮਿਲੇ ਸੀ ਵੀ ਤੁਸੀਂ ਸਾਫ਼ ਸੁਥਰਾ ਰਹਿਣਾ, ਕੋਈ ਰਿਸ਼ਵਤ ਨਹੀਂ ਕਰਨੀ, ਜੇ ਨਹੀਂ ਕਰਨੀ। ਤਾਂ ਮੈਂ ਜਾਨੀ ਜਦੋਂ ਇਕੱਲਾ ਬਹਿ ਕੇ ਸੋਚਦਾ ਸੀ ਵੀ ਜਿਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਜੇ ਮੈਂ ਜੋਬ ਕਰੂੰਗਾ, ਮੈਂ BCom ਗ੍ਰੈਜੂਏਟ ਹਾਂ, ਤਾਂ ਵੀ ਮੈਂ ਤਾਂ ਘਰੋਂ ਹੀ ਫੇਰ ਲੈ ਕੇ ਜਾਇਆ ਕਰੂੰ, ਜਿਸ ਤਰ੍ਹਾਂ ਆਪਣੇ ਕਲਚਰ ਚੱਲਦਾ ਆਪਾਂ ਹੋ ਰਹਿਣਾ ਵੀ ਫੇਰ ਤਾਂ ਸਾਡੇ ਜਿਵੇਂ ਪਰਿਵਾਰ 'ਚ ਕਹਿੰਦੇ ਵੀ ਸਾਡੇ ਵਾਲਾ ਤਾਂ ਦਵਾਨੀ ਦਿੰਦਾ ਨਹੀਂ, ਘਰੋਂ ਹੀ ਲਿਜਾਂਦਾ ਹੈ ਨਾ। ਵੀ ਬਿਹਤਰ ਆ ਵੀ ਆਪਾਂ ਜਿਹੇ ਜਿਹੇ ਪਰਿਵਾਰਕ ਸੰਸਕਾਰ ਦਿੱਤੇ ਨੇ ਵੀ ਆਪਾਂ ਨਸ਼ਾ ਰਹਿਤ ਅਤੇ ਸਾਫ਼ ਸੁਥਰੀ ਜ਼ਿੰਦਗੀ ਜਿਉਣੀ ਆ, ਤਾਂ ਇਮਾਨਦਾਰ ਜੀਵਨ ਜਿਉਣਾ, ਤਾਂ ਖੇਤੀ ਤੋਂ ਬਿਨਾਂ ਮੈਂ ਨਹੀਂ ਕਹਾਂਗਾ ਵੀ ਹੋਰ ਕਿਤੇ ਹੋਏਗਾ ਇਹ। ਅਤੇ ਇਸ ਕਰਕੇ ਮੈਂ ਖੇਤੀ ਦੇ ਵਿੱਚ ਬਾਗਬਾਨੀ ਕਿਉਂ? ਬਾਗਬਾਨੀ ਦਾ ਕਾਰਨ ਇਹ ਸੀ ਵੀ ਪੜ੍ਹੇ ਲਿਖੇ ਸੀ। ਪੜ੍ਹੇ ਲਿਖੇ ਦਾ ਕਾਰਨ ਸੀ ਵੀ ਲੋਕਾਂ ਨਾਲੋਂ ਵੱਖਰਾ ਕਰਨਾ, ਲੀਹ ਪਾੜ ਕੇ ਕਰਨਾ ਹੈ ਨਾ। ਅਤੇ ਇੱਕ ਬਾਗਬਾਨ ਸ਼ਬਦ ਆ ਜਿਹੜਾ ਮੂੰਹ ਜਾਂ ਭਰ ਜਾਂਦਾ ਹੈ ਨਾ ਵੀ ਬਾਗਬਾਨ। ਆਮ ਤੋਂ ਖਾਸ ਬਣਨ ਲਈ ਜੇ ਮੈਂ ਆਪਦੇ ਦਿਮਾਗ 'ਤੇ ਜ਼ੋਰ ਦੇਵਾਂ, ਜੇ ਮੈਂ ਅੱਜ ਇੰਟਰਵਿਊ ਦੇ ਰਿਹਾ ਤੁਹਾਨੂੰ, ਮੈਂ ਬਾਗਬਾਨ ਹੋਣ ਦੇ ਨਾਤੇ ਦੇ ਰਿਹਾ। ਜੇ ਮੈਂ ਆਮ ਫਾਰਮਰ ਹੁੰਦਾ ਤਾਂ ਉਸ ਸਮੁੰਦਰ 'ਚ ਮੇਰਾ ਵੱਟੇ ਕੱਖ ਨਹੀਂ ਸੀ ਜਾਣਾ। ਇਸ ਕਰਕੇ ਵੀ ਬਾਗਬਾਨੀ ਚੁਣਿਆ ਵੀ ਆਪਾਂ ਪੜ੍ਹੇ ਲਿਖੇ ਹਾਂ, ਕਮਰਸ਼ੀਅਲ ਖੇਤੀ ਕਰੀਏ ਜਿਹਦੇ ਨਾਲ ਜਿੰਨੇ ਕੁ ਆਪਾਂ ਸਮੁੰਦਰ ਟੱਪੇ ਨੇ ਕਹਿ ਲਓ ਵੀ ਕਰਜ਼ਿਆਂ ਦੇ, ਤਾਂ ਮੈਂ ਜੇ ਉਹ ਖੇਤੀ ਉਹੀ ਕਰਦਾ ਜਿਵੇਂ ਲੋਕ ਕਰਦੇ ਨੇ, ਹੋ ਸਕਦਾ ਮੈਂ ਇਹਦਾ ਵਜੂਦ ਖਤਮ ਹੋ ਜਾਂਦਾ ਜੀ। ਕਿੰਨੂਆਂ ਦੀ ਚੋਣ ਕਿੰਨੇ ਤੋਂ ਸ਼ੁਰੂ ਕੀਤਾ ਜੀ, ਹੁਣ ਕਿੰਨਾ ਹੈ ਤੇ ਕਿੰਨੂ ਰਾਸ ਆਏ? ਹਾਂਜੀ, ਅਸੀਂ ਸਟਾਰਟ ਦੇ ਵਿੱਚ ਜਦੋਂ ਕੀਤਾ, ਮੈਂ ਪਹਿਲਾਂ ਕੀ ਸੀ ਵੀ ਗੁਰੂ ਬਿਨਾਂ ਗਿਆਨ ਨਹੀਂ, ਜਿਸ ਤਰ੍ਹਾਂ ਕਹਿੰਦੇ ਹੈ ਨਾ। 89 'ਚ ਜਦੋਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਵੀ
ਕੰਮ ਕਰਨਾ ਤਾਂ ਗਿਆਨ ਕਿੱਥੋਂ ਮਿਲੂ। ਗਿਆਨ ਦਾ ਸਾਡੇ ਕਹਿ ਲਓ ਮੱਕਾ ਕਹਿ ਲਓ ਵੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਤਾਂ ਬਠਿੰਡੇ ਆਪਣੇ ਫਾਰਮ ਸਲਾਹਕਾਰ ਸੇਵਾ ਕੇਂਦਰ PAU ਦਾ ਸੀ ਹੈ ਨਾ, ਉਹਨਾਂ ਨਾਲ ਮੈਂ ਰਾਬਤਾ ਕੀਤਾ। ਉੱਥੋਂ ਦੇ ਡਾਕਟਰ ਸਾਹਿਬਾਨ ਨਾਲ ਮੈਂ ਬੇਨਤੀ ਕੀਤੀ ਵੀ ਮੈਂ ਜੀ ਗ੍ਰੈਜੂਏਟ ਹਾਂ, ਮੈਂ ਕੁਛ ਲੀਹ ਪਾੜ ਕੇ ਕਰਨਾ ਚਾਹੁੰਦਾ। ਅਤੇ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਵੀ ਤੂੰ ਮਿਹਨਤ ਕਿੰਨੀ ਕੁ ਕਰ ਸਕਦਾ ਜੀ। ਮੈਂ ਉਹਨਾਂ ਨੂੰ ਕਿਹਾ ਜੀ ਵੀ ਜੇ ਤੁਸੀਂ ਮੈਨੂੰ ਕਹੋਗੇ ਵੀ ਤੈਨੂੰ ਇੰਨੇ ਘੰਟੇ ਪੁੱਠਾ ਲਟਕਣਾ ਪਊ, ਮੈਂ ਪੁੱਠਾ ਲਟਕ ਸਕਦਾ। ਵੀ ਮੈਂ ਕਹਿ ਲਓ ਵੀ ਦੱਸਣਾ ਲੋਕਾਂ ਨੂੰ ਵੀ ਜੇ ਮਿਹਨਤ ਦਾ ਤੜਕਾ ਲਾ ਦਿਆਂਗੇ ਆਪਾਂ ਹਰ ਚੀਜ਼ ਸਰ ਕਰ ਸਕਦੇ। ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਬਾਗਬਾਨੀ ਕਰ, ਜਿਹੜੀ ਇੱਕ ਵੱਖਰੀ ਆ, ਅਤੇ ਮਾਰਕੀਟਿੰਗ ਖੁਦ ਕਰੀ, ਵੀ ਠੇਕੇਦਾਰ ਨੂੰ ਨਹੀਂ ਦੇਣਾ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਹੈਗੇ ਜੀ 89 ਦੀ 90 ਦੇ ਕਹਿ ਲਓ। ਜਦੋਂ ਮਾਰਕੀਟਿੰਗ ਖੁਦ ਕਰਨ ਵਾਲਾ ਤਾਂ ਫਲਸਫਾ ਹੁੰਦਾ ਹੀ ਨਹੀਂ। ਹਾਂਜੀ ਹਾਂਜੀ ਹਾਂਜੀ। ਉਹ ਜਿਸ ਤਰ੍ਹਾਂ ਜਦੋਂ ਉਹਨਾਂ ਨੇ ਕੀਤਾ ਤਾਂ ਮੈਂ, ਮੇਰੇ ਰਿਸ਼ਤੇਦਾਰ ਸੀਗੇ ਅਤੇ ਉਹਨਾਂ ਨਾਲ ਰਾਏ ਕੀਤੀ, ਬਲਵਿੰਦਰ ਸਿੰਘ ਟਿੱਕਾ ਨੇ ਅਵਲ ਖਲਾਣਾ ਤੋਂ ਹੈ ਨਾ, ਅਤੇ ਉਹਨਾਂ ਨੇ ਵੀ ਮੈਨੂੰ ਰਾਏ ਦਿੱਤੀ ਵੀ ਜੇ ਤੁਸੀਂ ਕਰਨਾ ਤਾਂ 15 ਕਿੱਲੇ ਕਿੰਨੂ ਘੱਟ ਤੋਂ ਘੱਟ ਕਰੋ। ਵੀ ਮੈਂ ਪਹਿਲਾਂ ਮੇਰਾ ਸੀ ਵੀ 5-5 ਏਕੜ ਅਮਰੂਦ ਔਲਾ ਸਾਰਾ 5-5 ਏਕੜ ਕਰਾਂ, ਵੀ ਇੱਕ ਤਰ੍ਹਾਂ ਦੀ ਡਿਵਰਸੀਫਾਈ ਹੋ ਜਾਏ ਕੰਮ। ਤਾਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਕਮ ਸੇ ਕਮ 15 ਕਿੱਲੇ ਕਿੰਨੂ ਕਰੋ। ਤਾਂ ਅਸੀਂ 15 ਕਿੱਲੇ ਕਿੰਨੂ ਅਤੇ 5 ਏਕੜ ਅੰਗੂਰ ਤੋਂ ਅਸੀਂ ਇਹ ਸ਼ੁਰੂ ਕੀਤਾ। ਅਤੇ ਨਾਲ ਕੀ ਸੀ ਵੀ ਉਦੋਂ ਪਰਿਵਾਰਕ ਹਾਲਾਤ ਸੀ, ਸਾਡਾ ਟਰਾਂਸਪੋਰਟ ਦਾ ਬਿਜ਼ਨਸ ਸੀਗਾ ਬਰਨਾਲੇ ਵਿਖੇ, ਉਦੋਂ ਬਹੁਤ ਡਾਊਨਫਾਲ ਸੀ। ਇਸ ਕਰਕੇ ਉਦੋਂ ਜਿਹੜੀ ਗੱਡੀ ਜਿਵੇਂ ਕਹਿੰਦੇ ਟਰਾਲੀ ਖੂਹੀ ਹੋਈ ਸੀ ਕਬੀਲਦਾਰੀ ਦੀ, ਤਾਂ ਉਹ ਖੂਹੀ ਟਰਾਲੀ ਦੇ ਆਰਥਿਕਤਾ ਨੂੰ ਸ਼ਾਮੀ ਕਰਨ ਲਈ ਤਾਂ ਮੈਂ ਸੋਚਿਆ ਵੀ ਵਿੱਚ ਆਪਾਂ ਇਹੋ ਜਿਹੀ, ਉਦੋਂ ਦਾ ਤੁਹਾਨੂੰ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਜੀ, ਵੀ ਮੇਰਾ ਆੜ੍ਹਤੀਆਂ ਨਾਲ ਮੈਂ ਇਹੀ ਕਹੂੰਗਾ ਵੀ ਮੇਰਾ ਸਫਲ ਹੋਣ ਦਾ ਰਾਜ ਕੀ ਆ। ਮੇਰੇ ਪਹਿਲੇ ਝਾਟੀ ਆੜ੍ਹਤੀਆਂ ਨਾਲ ਮੇਰੇ ਗਰਾਰੀ ਕਹਿ ਲਓ ਵੀ ਫਸ ਗਈ। ਸਾਡੀ ਇੱਕ ਮੋਟਰ ਸੜ ਗਈ, ਮੈਂ ਹਰ ਇੰਟਰਵਿਊ ਦੇ ਵਿੱਚ ਅਸਲ ਜ਼ਿਕਰ ਕਰਦਾ ਹੁੰਦਾ। ਉਦੋਂ 650 ਰੁਪਏ ਦੀ ਮੋਟਰ ਵੱਜਦੀ ਸੀ ਸਾਰੀ ਜੀ। ਬਜ਼ੁਰਗਾਂ ਨੂੰ ਕਿਹਾ ਵੀ ਮੋਟਰ ਸੜ ਗਈ ਪਾਪਾ ਜੀ, ਅਤੇ ਕਿ ਮੇਰਾ ਵੀ ਪੇਂਡੂ ਮਾਹੌਲ 'ਚ ਪੜ੍ਹ ਕੇ ਆਇਆ ਸੀ, ਪਹਿਲਾ ਤਜਰਬਾ ਸੀ। ਉਹ ਕਹਿੰਦੇ ਆਪਣੇ ਆੜ੍ਹਤੀਆਂ ਤੋਂ ਭਾਈ ਪੈਸੇ ਫੜ ਲਈ। ਮੈਂ ਉਹਨਾਂ ਕੋਲ ਗਿਆ ਤਾਂ 650 ਰੁਪਏ ਖਾਤਰ ਮੈਨੂੰ 3-4 ਘੰਟੇ ਬਹਾ ਕੇ ਰੱਖਿਆ, ਮੇਸ਼ੀ ਆਉਂਦਾ ਜੀ ਫਲਾਨਾ ਆਉਂਦਾ। ਮੈਂ ਆਪ ਦੇ ਵਿੱਚ ਨਾ ਇੱਕ ਜਿਲਤ ਮਹਿਸੂਸ ਕੀਤੀ ਵੀ ਯਾਰ ਆਪਾਂ 650 ਰੁਪਏ ਪਿੱਛੇ ਇੱਥੇ ਇਹਨਾਂ ਨੂੰ ਮਿਹਨਤਾਂ ਕਰੀ ਜਾਂਦੇ, ਆਪਣੇ ਕੋਲ ਸਾਰੇ ਸਾਧਨ ਕੀ ਆ, ਮੈਨੇਜਮੈਂਟ ਨਹੀਂ ਹੈ ਆਪਣੇ ਕੋਲ, ਵੀ ਆਪ ਦੇ ਪੈਸੇ ਹੀ ਉਹ ਕਰਕੇ ਆਪ ਹੀ ਨੇ ਲੈਣ ਖਾਤਰ ਇੱਥੇ ਜਿਲਤ ਮਹਿਸੂਸ। 2.5 ਘੰਟੇ ਤਾਂ 4 ਮੇਰੇ ਇਹਨਾਂ ਨੇ ਖਰਾਬ ਕਰਤੇ, ਅੱਧੀ ਦਿਹਾੜੀ ਪੈਸੇ ਦੇਣ ਖਾਤਰ ਹੀ ਮੈਂ ਕੰਮ ਕਿਹੜੇ ਵੇਲੇ ਕਰੂੰਗਾ। ਮੈਂ ਗੁੱਸੇ ਹੋ ਗਿਆ ਹੈਗਾ ਜੀ ਉੱਥੋਂ ਉਹਨਾਂ ਕੋਲੇ, ਮੁੜ ਕੇ ਅੱਜ ਤੱਕ ਮੈਂ ਆੜ੍ਹਤੀ ਦੇ ਨਹੀਂ ਗਿਆ। ਅੱਛਾ। ਉਦੋਂ ਬਾਅਦ ਮੈਂ ਆਪਦਾ ਹੀ ਜਾਣੀ ਸਾਰੇ ਸਾਲ ਦਾ ਕੈਲੰਡਰ ਬਣਾਇਆ, BCom ਕਰਨ ਕਰਕੇ। ਇਹਦੇ 'ਚ ਸਫਲਤਾ ਦਾ ਰਾਜ ਕਹਾਂਗਾ ਮੈਂ, ਸ਼ਾਇਦ ਐਗਰੀਕਲਚਰ ਮੈਂ ਗ੍ਰੈਜੂਏਟ ਹੁੰਦਾ, ਸ਼ਾਇਦ ਮੈਂ ਇੰਨਾ ਸਫਲ ਨਾ ਹੁੰਦਾ। ਫਿਰ ਮੈਂ ਇੱਕ ਪ੍ਰੋਡਿਊਸ ਚੰਗੀ ਕਰ ਸਕਦਾ ਸੀ, ਸ਼ਾਇਦ ਮਾਰਕੀਟਿੰਗ ਨਾ ਕਰ ਸਕਦਾ। ਠੀਕ ਹੈ ਨਾ। BCom ਦੀ ਪੜ੍ਹਾਈ ਕਰਕੇ ਨਫੇ ਨੁਕਸਾਨ ਸਾਰਾ ਜਾਣੀ ਉਹ ਕਰਕੇ ਮੈਂ ਕੈਲੰਡਰ ਬਣਾ ਲਿਆ ਸਾਰੇ ਸਾਲ ਦਾ, ਵੀ ਆਹ ਟਾਈਮ 'ਤੇ ਮੈਨੂੰ ਪੈਸਾ ਇੰਨਾ ਚਾਹੀਦਾ, ਇਹ ਕਿੱਥੋਂ ਆਊਗਾ, ਆਹ ਸਬਜ਼ੀ ਉਦੋਂ ਤੱਕ ਇੰਨੇ ਦਿਨਾਂ 'ਚ ਹੋ ਜੂ ਤਿਆਰ। ਤਾਂ ਮੈਂ ਨਾਲ ਸਬਜ਼ੀਆਂ ਦੀ ਖੇਤੀ ਸ਼ੁਰੂ ਕਰ ਲਈ, ਜਿਹਦੇ ਨਾਲ ਸਾਨੂੰ ਰੋਜ਼ ਜਾਣੀ ਕਹਿ ਲਓ ਪੈਸੇ ਆਉਣ ਲੱਗ ਗਏ। ਸਬਜ਼ੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ 60 ਦਿਨਾਂ ਤੋਂ ਬਾਅਦ ਆਪਦੇ 'ਤੇ ਲੱਗਣ ਵਾਲੇ ਪੈਸੇ ਵੀ ਤੁਹਾਨੂੰ ਦੇਣ ਲੱਗ ਜਾਂਦੇ ਅਤੇ ਸੋਡੇ ਵਾਲੇ ਵੀ ਤੁਹਾਨੂੰ ਵੀ ਦੇਣ ਲੱਗ ਜਾਂਦੀ ਹੈ ਜੀ। ਇਸ ਕਰਕੇ ਮੈਂ ਕਹੂੰਗਾ ਵੀ ਜਿਹਦੀ ਟਰਾਲੀ ਖੂਹੀ ਹੈ ਕਮ ਸੇ ਕਮ ਸਬਜ਼ੀਆਂ ਅਤੇ ਸੈਲਫ ਮਾਰਕੀਟਿੰਗ ਕਰ ਲਓ, ਤਕੜੀ ਚੱਕ ਲਓ ਬੰਦੇ। ਇਹਦੇ 'ਤੇ ਕੋਈ ਗਰੇਜ ਨਹੀਂ। ਮੈਂ ਲੁਧਿਆਣੇ ਸ਼ਹਿਰ ਦੀਆਂ ਸੜਕਾਂ 'ਤੇ ਟੋਕਰੀਆਂ ਜਿਹਨਾਂ ਐਂ ਤੋਲ ਅੰਗੂਰ ਵੇਚਿਆ ਹਾਕਾ ਮਾਰ। ਠੀਕ ਹੈ। ਇਹ ਕੋਈ ਹਿੱਚ ਨਹੀਂ ਹੈ, ਅਸੀਂ ਆਪਦੀ ਚੀਜ਼ ਵੇਚ ਰਹੇ ਹਾਂ। ਤੁਹਾਨੂੰ ਲੱਗਿਆ ਨਹੀਂ ਕਿ ਇੱਕ ਪੜ੍ਹੇ ਲਿਖੇ ਹੋ, ਚੰਗੀ ਜ਼ਮੀਨ ਜ਼ਿਆਦਾਤਰ ਬੱਸਾਂ ਦਾ ਕਾਰੋਬਾਰ ਹੈ ਤੇ ਹੋਕਾ ਦੇ ਕੇ ਅੰਗੂਰ ਵੇਚਦਿਆਂ ਨੂੰ ਕਦੇ? ਨਹੀਂ, ਮੈਨੂੰ ਤਾਂ ਜਜ਼ਬਾ ਹੁੰਦਾ ਸੀ ਜੀ। ਅੱਛਾ। ਵੀ ਜਿਹੜੀ ਅੰਗੂਰ ਕੱਲ੍ਹ ਸਾਡੀ ਮਾਰਕੀਟ 'ਚ ਵਿਕੇ ਨਹੀਂ ਸੀ, ਕਿਸੇ ਨੇ ਠੇਡੇ ਮਾਰੇ ਸੀ ਜਿਹੜੀਆਂ ਟੋਕਰੀਆਂ ਨੂੰ। ਤੁਹਾਨੂੰ ਮੈਂ ਦੱਸਦਾ ਵੀ ਉਦੋਂ ਅਸੀਂ ਲੁਧਿਆਣੇ ਦੇ DMC ਮੂਹਰੇ ਗੱਡੀ ਲਾ ਕੇ ਹੋਕਾ ਦੇ ਕੇ ਅੰਗੂਰ ਵੇਚਦੇ ਹੁੰਦੇ ਸੀ। 2 ਕਿਲੋ ਦੀ ਅੰਗੂਰ ਦੀ ਟੋਕਰੀ ਹੁੰਦੀ ਸੀ, ਜਿਹੜੀ ਪਹਿਲਾਂ 5 ਰੁਪਏ ਦੀ ਮੰਡੀ 'ਚ ਵਿਕਦੀ ਨਹੀਂ ਸੀ ਹੁੰਦੀ। ਸਾਨੂੰ ਇਹ ਸੀਗਾ ਵੀ 5 ਰੁਪਏ ਦੀ ਵਿਕ ਜੂਗੀ, ਅਸੀਂ ਕਹਿਣਾ ਵੀ 20 ਰੁਪਏ ਦੀ ਟੋਕਰੀ। ਠੀਕ ਹੈ ਨਾ। 20 ਰੁਪਏ ਦੀ ਟੋਕਰੀ, ਗਾਹਕ ਨੇ 20 ਰੁਪਏ ਦੇਣੇ। ਠੀਕ ਹੈ ਨਾ। ਅਤੇ ਅਸੀਂ ਜੇਬ 'ਚ ਪਾ ਲੈਣੇ ਅਤੇ ਲਿਫਾਫੇ 'ਚ ਟੋਕਰੀ ਪੱਟ ਦੇਣੀ। ਉਹ ਮੁੜ ਕੇ ਇਹ ਨਹੀਂ ਸੀ ਸਾਡੇ ਕਨੀ ਝਾਕਦਾ ਵੀ ਮੈਂ ਇਹਦੀ ਢੂਹੀ ਮਾਰ ਲਿਆ, ਵੀ 20 ਰੁਪਏ ਦੀ ਟੋਕਰੀ ਲਾਇਆ। ਅਸੀਂ ਐ ਨਹੀਂ ਸੀ ਝਾਕਦੇ ਵੀ 5 ਰੁਪਏ ਦੀ ਟੋਕਰੀ ਵਾਲੇ ਅਸੀਂ 15। ਜਾਣੀ ਦੋਨਾਂ ਧਿਰਾਂ ਦੀ ਫੁੱਲ ਸੰਤੁਸ਼ਟੀ ਸੀ। ਤੇ ਉਹ ਫਿਰ ਜਦੋਂ ਆ ਕੇ ਉੱਥੋਂ ਸਾਰਾ ਵੇਚ ਕੇ ਆ ਕੇ ਘਰੇ ਪੈਸੇ ਗਿਣਦੇ ਸੀ ਤਾਂ ਉਹਦਾ ਵੱਖਰੇ ਲੁਤਫ ਸੀ। ਕਿਆ ਬਾਤ। ਹਾਂਜੀ। ਕਿੰਨਾ ਚਿਰ ਐਂ ਚੱਲਦਾ ਰਿਹਾ ਫਿਰ? ਇਹ ਅਸੀਂ 3 ਸਾਲ ਕੀਤਾ ਜੀ।
ਲਗਾਤਾਰ। ਹਾਂ ਉਦੋਂ ਬਾਅਦ ਇਜ਼ਰਾਈਲੀ ਟੈਕਨੀਕ ਜਿਹੜੀ ਕਹਿੰਦੇ ਆ ਵੀ ਉਹ ਇਜ਼ਰਾਈਲ ਨੇ ਸਾਨੂੰ ਟੈਕਨੋਲੋਜੀ ਦੇਤੀ ਅੰਗੂਰ ਮੋਟੇ ਕਰਨ ਵਾਲੀ ਹੈ ਨਾ। ਉਹ ਪੰਜਾਬ 'ਚ ਪਹਿਲਾ ਬਾਗ ਸੀ ਆਪਣਾ ਜਿਹੜਾ ਸਾਰਿਆਂ ਨੂੰ ਪਹਿਲਾਂ ਇੱਕ ਏਕੜ ਕਿਸੇ ਫਾਰਮਰ ਨੇ ਉਹ ਟੈਕਨੋਲੋਜੀ ਦਾ ਕੀਤਾ ਸੀ, ਤਾਂ ਉਹ ਆਪਾਂ ਕੀਤਾ ਸੀ। ਅਤੇ ਉਹ ਟੈਕਨੋਲੋਜੀ ਨਾਲ ਸਾਨੂੰ 1.25 ਲੱਖ ਰੁਪਈਆ ਕਿੱਲਾ ਕਹਿ ਲਓ ਆਮਦਨ ਹੋਣ ਲੱਗ ਗਈ ਨੈੱਟ। ਐਂ ਮੋਟਾ ਅੰਗੂਰ ਅਤੇ ਜਿਹੜਾ ਨਾਂ 'ਤੇ ਵਿਕਣ ਲੱਗ ਗਿਆ ਜਾਣੀ ਆਪਣੇ ਮਾਰਕੇ 'ਤੇ। ਅਤੇ ਉਦੋਂ ਬਾਅਦ ਲੋੜ ਨਹੀਂ ਪਈ ਫਿਰ ਇਸ ਤਰ੍ਹਾਂ। ਫਿਰ ਤਾਂ ਉਹ ਕਿੰਨੂ 20 ਰੁਪਏ ਕਿੱਲੋ ਵੈਸੇ ਹੀ ਚੱਲਦਾ ਸੀ। ਅੱਛਾ ਤੁਸੀਂ ਇਜ਼ਰਾਈਲ ਗਏ, ਕੀ ਵੱਖਰਾ ਲੈ ਕੇ ਆਏ? ਵੱਖਰਾ ਲੈ ਕੇ ਆਏ ਤੇ ਜੀ ਉਹਨਾਂ ਲੋਕਾਂ 'ਚ ਨੈਸ਼ਨੈਲਿਟੀ ਹੈ ਜੀ, ਠੀਕ ਹੈ ਨਾ। ਅਤੇ ਆਪਣੇ ਤਾਂ ਜਾਣੀ ਉਦੋਂ ਅਸੀਂ ਜਦੋਂ ਏਅਰਪੋਰਟ 'ਤੇ ਉਤਰੇ ਇਹ ਸਲੋਗਨ ਸੀ ਬੱਸਾਂ ਦੇ ਉੱਤੇ ਲਿਖੇ ਹਮ ਦੋ ਹਮਾਰੇ ਦੋ, ਠੀਕ ਹੈ ਨਾ। ਉੱਥੇ ਸਲੋਗਨ ਸੀਗਾ ਐਕਸਪੋਰਟ ਇਜ਼ ਆਵਰ ਮਾਟੋ, ਠੀਕ ਹੈ ਨਾ। ਹਰ ਜਾਣੀ ਕਹਿ ਲਓ ਵੀ ਮਜ਼ਦੂਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰਿਆਂ 'ਚ ਨੈਸ਼ਨੈਲਿਟੀ ਸੀ। ਨੈਸ਼ਨੈਲਿਟੀ ਨਾਲ ਹਰ ਕੰਮ ਕਰਦੇ ਸੀ। ਪਾਣੀ ਦਾ ਮੁੱਲ ਬੜਾ ਅਹਿਮ ਜਾਣਦੇ ਆ ਘੱਟ ਹੋਣ ਕਾਰਨ ਸਾਡੇ ਜ਼ਿਆਦਾ ਹੋਣ ਕਰਕੇ ਉਹ। ਜਦੋਂ ਮੈਂ ਡ੍ਰਿਪ ਕੀਤੀ ਇਜ਼ਰਾਈਲ 'ਚੋਂ ਦੇਖ ਕੇ ਆ ਕੇ ਜਿਹੜੇ ਆਸੇ ਮੇਰੇ ਕਲੀਗ ਸੀਗੇ ਫਾਰਮਰ, ਉਹ ਇਹ ਮੈਨੂੰ ਟੌਟ ਮਾਰਦੇ ਸੀ ਲੋਕਾਂ ਕੋਲੇ ਵੀ ਯਾਰ 2 ਅੱਖਰ ਵੱਧ ਪੜਿਆ ਕਿਤੇ ਜਾ ਆ ਪੱਡ ਹੈਗਾ ਅਤੇ ਆਹ ਤੁਪਕਿਆਂ ਨਾਲ ਕਿਤੇ ਕਿੰਨੂ ਹੋਣਗੇ। ਕਿਹੜੇ ਸਾਲ 'ਚ? ਇਹ 2005 ਦੀ ਗੱਲ ਹੈ ਜੀ, ਅੱਜ ਤੋਂ 16 ਸਾਲ ਪਹਿਲਾਂ। ਹਾਂਜੀ ਹਾਂਜੀ। ਡ੍ਰਿਪ ਇਰੀਗੇਸ਼ਨ ਉਦੋਂ ਸੀਗੀ ਕਿਤੇ ਜਿਉਂਦੀ ਜਾਗਦੀ? ਨਹੀਂ ਉਦੋਂ ਬਾਅਦ ਸਟਾਰਟ ਹੀ ਹੋਈ ਸੀ ਜੀ। ਅਸੀਂ ਉਦੋਂ ਕਹਿ ਲਓ ਵੀ ਸੁਰਿੰਦਰ ਜਾਖੜ ਜੀ ਨੇ ਲਾਈ ਸੀ ਮੌਜਗੜ੍ਹ, ਅਤੇ ਅਸੀਂ ਲਾਈ ਸੀ ਫਰੀਦਕੋਟ ਰਵਿੰਦਰ ਸਿੰਘ ਨੇ ਵਕੀਲ ਸਾਹਿਬ, ਉਹ ਅੱਜ ਕੱਲ੍ਹ ਕੈਨੇਡਾ ਨੇ, ਅਤੇ ਸੁਰਿੰਦਰ ਸਿੰਘ ਢਾਲੀਵਾਲ ਨੇ ਸੇਢਾ ਸਿੰਘ ਵਾਲੇ ਤੋਂ। ਜਿਹਨੇ ਗਿਣਵੇਂ ਚੁਣਵੇਂ ਫਾਰਮਰ ਸੀ ਜਿਨ੍ਹਾਂ ਨੇ ਲਾਈ ਸੀ, ਅਤੇ ਨਹੀਂ ਕਿਸੇ ਨੇ। ਤੁਹਾਨੂੰ ਕਿਸ ਚੀਜ਼ ਨੇ ਬਹੁਤਾ ਇਜ਼ਰਾਈਲ 'ਚ ਇਸ ਲਈ ਟੈਕਨੋਲੋਜੀ ਦੀ ਮੋਟੀਵੇਟ ਕੀਤਾ? ਪਾਣੀ ਦੀ ਬੱਚਤ ਆ ਜੀ ਜਿਹੜੀ, ਠੀਕ ਹੈ ਨਾ। ਪਾਣੀ ਦੀ ਬੱਚਤ। ਸੂਏ 'ਤੇ ਬੈਠੇ ਹੋ, ਹਾਂਜੀ ਹਾਂਜੀ। ਤੁਹਾਨੂੰ ਪਾਣੀ ਦੀ ਬੱਚਤ ਕਿਉਂ ਲੱਗੀ ਵੀ ਪਾਣੀ ਦੀ ਬੱਚਤ ਕਰਨੀ ਚਾਹੀਦੀ? ਪਾਣੀ ਦੀ ਬੱਚਤ ਇਹ ਹੈ ਜੀ ਵੀ ਹੁਣ ਪਾਣੀ ਨਾਲ ਹੀ ਕਹਿ ਲਓ ਵੀ ਗੁਰਬਾਣੀ 'ਚ ਵੀ ਕਿਹਾ ਪਹਿਲਾ ਪਾਣੀ ਜੀਓ। ਜੇ ਸਾਡੀ ਕੀ ਆ ਜਿਹੜੀਆਂ ਬਿਮਾਰੀਆਂ ਨੇ ਜ਼ਿਆਦਾ ਪਾਣੀ ਦੀਆਂ ਬਿਮਾਰੀਆਂ ਨੇ, ਸਿਟਰਸ ਆ ਜਿਹੜਾ ਕਿੰਨੂ ਆ, ਕਿੰਨੂ ਜਾਤੀ ਜਾਣੀ ਕਹਿ ਲਓ ਵੀ ਸਿੱਲ ਦੀ ਇੰਨੀ ਸੈਂਸਿਟਿਵ ਆ, ਜਦੋਂ ਇਹਦੀ ਓਵਰ ਮੋਇਸਚਰ ਹੋ ਗਿਆ ਰੂਟ ਸਿਸਟਮ ਜੇ ਜੜ ਰੂਟ ਰੋਟ ਆ ਜਾਂਦੀ ਆ, ਫਾਈਟੋਪਥੋਰਾ ਬਿਮਾਰੀ ਆ ਜਾਂਦੀ ਆ, ਜਿਹਦੇ ਨਾਲ ਇਹਦੀ ਮਰਨਾ ਸ਼ੁਰੂ ਹੋ ਜਾਂਦਾ, ਮੋਰਟੈਲਿਟੀ ਰੇਟ ਜਾਣੀ ਜ਼ਿਆਦਾ ਹੋ ਜਾਂਦਾ ਇਹਦਾ, ਹੈ ਨਾ। ਜਦੋਂ ਉਹ ਬਾਗ ਦੇ ਵਿੱਚ ਤੁਹਾਡੇ 10-20% ਹਰ ਸਾਲ ਬੂਟੇ ਮਰੇ ਨੇ, ਤੇ ਇਟ ਮੀਨਸ ਤੁਹਾਡੀ 20% ਇਨਕਮ ਚਲੀ ਗਈ, ਜਿਹੜਾ ਤੁਹਾਡਾ ਮੇਨ ਪ੍ਰੋਫਿਟ ਆ। ਉਹ ਚੀਜ਼ ਨੂੰ ਦੇਖ ਕੇ ਡ੍ਰਿਪ ਦਾ। ਦੂਜੀ ਗੱਲ ਕੀ ਸੀ, ਜੇ ਤੁਸੀਂ ਬਾਗ ਫਲੱਡ ਲਾਉਣੇ ਹੋ ਤਾਂ ਹਰ ਵਾਰ ਤੁਹਾਨੂੰ ਵਹਾਈ ਕਰਨੀ ਪਊਗੀ। ਓਕੇ। ਡ੍ਰਿਪ 'ਚ ਅਸੀਂ 2 ਵਾਰ ਸਾਲ ਦੇ ਵਿੱਚ ਰੋਟਾਵੇਟਰ ਮਾਰਦੇ ਹਾਂ, ਠੀਕ ਆ। ਪਹਿਲਾਂ ਤਾਂ ਇਹ ਵੀ ਨਹੀਂ ਸੀ ਮਾਰਦੇ, ਸਪਰੇਅ ਕਰਦੇ ਸੀ। ਹੁਣ ਜਦੋਂ ਦੀ ਰਾਉਂਡ ਅਪ ਆਪਾਂ 2005 ਤੋਂ ਜਦੋਂ ਇਹ ਸ਼ੁਰੂ ਕਰ ਲਿਆ ਸੀ ਡ੍ਰਿਪ ਇਰੀਗੇਸ਼ਨ, ਜੀ ਜੀ ਜੀ, ਮੁੜ ਕੇ ਫਲੱਡ ਵੱਲ ਗਏ ਨਹੀਂ? ਸਾਡੇ ਤੁਸੀਂ ਦੇਖੋ ਕਿਤੇ ਖਾਲ ਹੈ ਹੀ ਨਹੀਂ ਜੀ। ਹਾਂ, ਨਾ ਖਾਲ ਆ ਨਾ ਬਾਟਾ ਕਿਤੇ। ਹਾਂ ਹਾਂਜੀ ਹਾਂਜੀ। ਤੇ ਬਾਗ ਕਿੰਨੇ ਦਿਨ ਟਾਈਮ ਤੋਂ ਲਾਇਆ ਹੋਇਆ? ਇਹ 89 ਤੋਂ ਜੀ। ਉਵੇਂ ਦਾ ਹੀ ਹੈ? ਉਵੇਂ ਆ ਜੀ। ਫਸਲਾਂ ਦੇ ਵਿੱਚ ਮਾਡਰਨ ਤਕਨੀਕਸ ਆ ਗਈਆਂ, ਫਸਲਾਂ ਦੇ ਵਿੱਚ ਚੰਗੇ ਬੀਜ ਆ ਗਏ, ਚੰਗੇ ਕਿੰਨੂ ਆ ਗਏ। ਜੀ ਜੀ। ਤੁਸੀਂ ਚੇਂਜ ਕਰਕੇ ਕਿਉਂ ਨਹੀਂ ਲਾਇਆ? ਕਾਰਨ ਇਹ ਹੈ ਜੀ ਵੀ ਜਿਹੜਾ ਕਿੰਨੂ ਆ, ਕਿੰਨੂ ਦੀ ਬਹੁਤ ਸਾਲਾਂ ਦੇ ਵਿੱਚ ਲੋਕਾਂ ਦੇ ਦਿਮਾਗ 'ਚ ਕਿੰਨੂ ਵਸਿਆ ਹੁਣ, ਠੀਕ ਹੈ ਨਾ। ਅਸੀਂ ਸਾਊਥ ਦੀ ਮਾਰਕੀਟ ਵਿਜ਼ਿਟ ਕਰਨ ਗਏ ਹੈ ਨਾ, ਜਾਂ ਜਦੋਂ ਅਸੀਂ ਉਹਨਾਂ ਨੂੰ ਉੱਥੇ ਪਿਆ ਉਹਨਾਂ ਨੇ ਰੇਹੜੀ 'ਤੇ ਡਿਸਪਲੇ ਕੀਤਾ ਹੋਇਆ ਕਿੰਨੂ ਦਿਖਾਉਂਦੇ ਸੀ, ਜਾਂ ਉਹਨਾਂ ਨੂੰ ਪੁੱਛਦੇ ਸੀ ਅਸੀਂ ਆਪ ਵੀ ਇਹ ਕੀ ਚੀਜ਼ ਹੈ ਇਹ, ਠੀਕ ਹੈ। ਉਹ ਕਹਿੰਦੇ ਸੀ ਜੇ ਇਹ ਬਾਹਰ ਕਾ ਸੰਤਰਾ ਹੈ, ਠੀਕ ਹੈ ਨਾ, ਬਾਹਰ ਦਾ ਸੰਤਰਾ ਦੱਸ ਰਹੇ ਸੀ। ਹਾਲੇ ਉਹਨਾਂ ਨੂੰ ਕਿੰਨੂ ਨਹੀਂ ਸੀ ਪਤਾ ਲੱਗਿਆ। ਅੱਛਾ। ਅਸੀਂ ਜਾ ਕੇ ਜਾਣੀ ਉੱਥੇ ਐਗਜੀਬਿਸ਼ਨ ਜਿਹੜੇ ਲੱਗਦੇ ਸੀ, ਉੱਥੇ ਸਟਾਲਾਂ ਵੀ ਮੈਂ ਆਪ ਉਹ ਕੀਤੀਆਂ ਨੇਗੀਆਂ ਸਾਊਥ ਦੇ ਵਿੱਚ ਜਾ ਕੇ, ਵੀ ਜਿਨ੍ਹਾਂ ਨੂੰ ਦੱਸਿਆ ਵੀ ਕਿੰਨੂ ਆ, ਇਹ ਤਾਂ ਐਂਟੀ ਕੈਂਸਰਸ ਪ੍ਰੋਪਰਟੀ ਆ, ਜੇ ਉਹ ਸਾਰਾ। ਤਾਂ ਲੋਕਾਂ ਨੂੰ ਹੁਣ ਕਿੰਨੂ ਦਾ ਪਤਾ ਲੱਗਿਆ। ਕਿੰਨੂ ਦੇ ਨਾਂ ਨਾਲ ਇਹ ਮਾਰਕੀਟ ਸਾਡੀ ਹੋਣ ਲੱਗ ਗਈ। ਹੁਣ ਨਵੀਂ ਚੀਜ਼ ਲਈ ਫੇਰ ਸਾਨੂੰ ਉਨੀ ਮਿਹਨਤ ਕਰਨੀ ਪਊ, ਠੀਕ ਹੈ। ਇਹਦਾ ਇਨਫਰਾਸਟਰਕਚਰ ਬਣ ਚੁੱਕਿਆ, ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਹੈ ਕਿੰਨੂ। ਅਤੇ ਇਸ ਕਰਕੇ ਵੀ ਮੈਂ ਇਹੀ ਸਲਾਹ ਦਿਆਂ ਵੀ ਕਿੰਨੂ ਨਾਲ ਜਿਵੇਂ ਹੁਣ PAU ਨੇ ਨਵੀਂ ਸੀਡਲੈਸ ਬ੍ਰੈਡ ਇਹਦੀ ਕੱਢਤੀ ਇੱਕ ਸਿਲੈਕਸ਼ਨ, ਹੈ ਨਾ, ਉਹੋ ਜਿਹੇ ਵੱਲ ਆ ਜਾਓ। ਜਿਹੜੇ ਹੋਰ ਆਪਾਂ ਹਟਵੀਂ ਚੀਜ਼ ਕਰਾਂਗੇ ਸ਼ਾਇਦ ਆਪਣੇ ਪੱਟ ਫੁੱਟ ਜਾਣ ਉਹਦੇ ਨਾਲ। ਅੱਛਾ, ਗ੍ਰੇਡਿੰਗ ਹਾਂਜੀ ਹਾਂਜੀ ਕਰਨੀ, ਹਾਂਜੀ ਹਾਂਜੀ, ਗ੍ਰੇਡਿੰਗ ਦੀ ਮਸ਼ੀਨ ਤੁਸੀਂ ਆਪ ਬਣਾ ਕੇ ਲਾਈ ਹੋਈ? ਜੀ ਜੀ ਜੀ। ਇਹ ਤੁਹਾਨੂੰ ਆਈਡੀਆ ਕਿੱਥੋਂ ਆਇਆ? ਕਿਉਂਕਿ ਬਹੁਤ ਮਹਿੰਗਾ ਜਲਸਾ ਹੈ। ਕਾਰਨ ਇਹ ਸੀ ਜੀ ਵੀ ਜਿਹੜਾ ਕਹਿ ਲਓ ਵੀ ਮਾਂ ਪਿਓ ਨੇ ਕੋਈ ਜੀਨ ਹੀ ਇਹੋ ਜਿਹਾ ਦਿੱਤਾ ਹੋਵੇ, ਅਣਖੀ ਬੜੇ ਆ, ਠੀਕ ਹੈ ਨਾ। ਵੀ ਹਾਰ ਤਾਂ ਐ ਵੀ ਪੁੱਠੇ ਲੜ ਕੇ ਚੰਮ ਭਾਵੇਂ ਲਾ ਦੇ, ਕੋਈ ਹਾਰ ਨਹੀਂ ਮੰਨਣੀ, ਹੈ ਨਾ। ਜਦੋਂ ਮਾਰਕੀਟਿੰਗ ਖੁਦ ਕਰਦੇ ਸੀ, ਮੈਨੂੰ ਇਹ ਸੀ ਵੀ ਮੇਰੇ ਫਰੂਟ ਦੇ ਵਿੱਚ ਕਿ ਨੁਕਸ ਕੱਢਤਾ ਨਾ ਕਿਸੇ ਨੇ, ਮੇਰੀ ਗ੍ਰੇਡਿੰਗ 'ਚ ਨੁਕਸ ਕੱਢਤਾ ਨਾ, ਮਰਨ ਹੋ ਜੂ ਯਾਰ।
ਤਾਂ ਲੇਬਰ ਦੀ ਜਦੋਂ ਮੈਨੂਅਲ ਗ੍ਰੇਡਿੰਗ ਕਰਦੇ ਸੀ ਉਹਨਾਂ ਦੀ ਗ੍ਰੇਡਿੰਗ ਕੀਤੀ ਹੋਈ ਮੈਂ ਪਲਟ ਟੋਕਰੀਆਂ ਦੁਬਾਰੇ ਭਰਦਾ ਸੀ। ਅੱਛਾ ਵੀ ਵੱਡਾ ਛੋਟਾ ਬਾਗਾ ਯਾਰ ਧੋਖਾ ਹੋ ਜੂ। ਜਿਹੜੇ ਬੰਦੇ ਨੇ 365 ਦਿਨ ਸਾਥੋਂ ਚੀਜ਼ ਖਰੀਦ ਕੇ ਵੇਚ ਕੇ ਬੱਚੇ ਪਾਲਣੇ ਆ, ਜੇ ਉਹਦੇ ਨਾਲ ਧੋਖਾ ਕਰਾਂਗੇ, ਸਾਡਾ ਤਾਂ ਅਸਲ ਦਾਤਾ ਉਹ ਆ ਨਾ ਜਿਹੜਾ ਖਰੀਦ ਕੇ ਸਾਨੂੰ ਪੈਸੇ ਫੇਰ ਆਉਂਦੇ ਆ ਨੇ, ਹਨਾ। ਹਾਂ ਬਿਲਕੁਲ। ਇਸ ਲਈ ਉਹਦੇ ਲਈ ਸੋਚਣਾ ਜ਼ਰੂਰੀ ਆ। ਆਮ ਲੋਕ ਕੀ ਕਰਦੇ ਆ, ਹੇਠਾਂ ਗੰਦ ਬਿੱਲ ਪਾ ਕੇ ਉੱਤੇ ਕਰਕੇ ਉਹਦੀ ਢੂਹੀ ਮਾਰਨ ਦੀ ਕੋਸ਼ਿਸ਼ ਕਰਦੇ ਆ। ਆਪਾਂ ਉਹਨੂੰ ਬਚਾਉਣਾ, ਜਿਉਂਦਾ ਰੱਖਣਾ, ਤੇ ਉਹ ਚੀਜ਼ ਦੀ ਜਿਹੜੀ ਉਹਨੂੰ ਜਿਉਂਦਾ ਰੱਖਣ ਦੀ ਜਿਹੜੀ ਉਹ ਸੀ, ਉਹਨੇ ਸਾਨੂੰ ਇੰਨੀ ਸਫਲਤਾ ਦਿੱਤੀ। ਅੱਜ ਦੀ ਸਾਡੀ ਇਹ ਆ ਜਿਹੜੀ ਮਾਰਕੀਟ 'ਚ ਸਾਡਾ ਫਰੂਟ ਜਾਂਦਾ, ਵੀ ਜਿਹੜਾ ਪਰਸੋਂ ਮਾਲ ਵਿਕਣਾ ਉਹਦੀ ਬੋਲੀ ਅੱਜ ਹੋ ਜਾਂਦੀ ਆ। ਅੱਛਾ ਠੀਕ ਹੈ ਨਾ। ਬੂਟੇ ਤੇ ਲੱਗੇ ਹੋਏ ਮਾਲ ਦੀ ਬੋਲੀ ਹੋ ਜਾਂਦੀ ਵੀ ਸਾਡਾ ਆਹ ਜਿਹੜਾ ਏ ਲਾਟ ਆ, ਬੀ ਲਾਟ ਆ, ਇੰਨੇ ਕਰੇਟ ਦੇ ਦਿਓ। ਹਾਲੇ ਅਸੀਂ ਤੋੜੇ ਵੀ ਨਹੀਂ ਹੁੰਦੇ। ਉਹ ਟੈਕਨੋਲੋਜੀ ਕਿੱਥੋਂ ਲੈ ਕੇ ਆਉਂਦੀ ਸੀ? ਉਹ ਪਹਿਲਾਂ ਜੀ ਬਣਾਉਣ ਦੀ ਗੱਲ ਇਹ ਸੀ ਵੀ ਉਹ ਵੀ ਗ੍ਰੇਡਿੰਗ 18 ਬੁੜੀਆਂ ਲੱਗਣੀਆਂ, ਕੈਲਕੂਲੇਟ ਕਰਨਾ ਵੀ ਇਹਦਾ 25% ਲੇਬਰ 'ਚ ਹੀ ਚਲਿਆ ਗਿਆ, ਹੈ ਨਾ। ਫਿਰ ਇਹਨਾਂ ਨੂੰ ਟੋਕਦੇ ਸੀ ਵੀ ਤੁਸੀਂ ਗਲਤ ਕਰਤਾ, ਐਂ ਕਰਤਾ। ਫਿਰ ਉਹ ਖਿੱਚਦੀਆਂ ਸੀ, ਹੈ ਨਾ, ਕੋਹਿਆਂ ਵਿੱਚ ਦੀ ਝਾਕਦੀਆਂ ਸੀ ਵੀ ਇਹ ਵੀ ਗਲਤ ਆ। ਫਿਰ ਜਾਨੀ ਮੈਂ ਫੁਰਨ ਆਇਆ ਦਿਮਾਗ ਦੇ ਵਿੱਚ, ਤਾਂ ਮੈਂ ਇੱਕ ਮਸ਼ੀਨ ਦੇਖੀ ਸੀ ਜੀ ਬਾਹਰ, ਤਾਂ ਉਹਦੇ ਮੇਰੇ ਮਨ 'ਚ ਸੀ ਵੀ ਜੇ ਇਹ ਸਾਰੀ ਨਹੀਂ ਬਣ ਸਕਦੀ, ਆਪਾਂ ਮੂਹਰਲਾ ਸਿਸਟਮ ਬਣਾ ਲਈਏ ਗ੍ਰੇਡਿੰਗ ਵਾਲਾ, ਹੈ ਨਾ। ਉਹ ਗ੍ਰੇਡਿੰਗ ਵਾਲਾ 6 ਕਿਸਮ ਦੀ ਗ੍ਰੇਡਿੰਗ ਮੈਨੂਅਲ ਮੈਂ ਕਰ ਲਈ ਵੀ ਇੱਕ ਬੰਦਾ ਉੱਧਰੋਂ ਕਿੰਨੂ ਪਾਉਂਦਾ ਸੀ ਹੱਥ ਨਾਲ, ਜਿਵੇਂ ਆਪਾਂ ਟੋਕੇ ਵਾਲੀ ਮਸ਼ੀਨ ਫੇਰਦੇ ਆ, ਉਹ ਟੋਕੇ ਵਾਲੀ ਮਸ਼ੀਨ ਵਾਂਗੂ ਫੇਰਦਾ ਸੀ। ਤਾਂ ਉਹ C ਗ੍ਰੇਡ ਕੱਢਦੇ ਸੀ, ਜਾਣੀ 98% ਗ੍ਰੇਡਿੰਗ ਸਹੀ। ਅਤੇ ਉਹ 18 ਜਾਣੀਆਂ ਦੀ ਛੁੱਟੀ ਹੋ ਗਈ, ਅਤੇ ਜਿਹੜਾ 2 ਬੰਦੇ ਉਹਨਾਂ ਕੰਮ ਕਰਨ ਲੱਗੇ। ਨਾਲੇ ਜਿਹੜਾ ਉਹ ਸਾਰੇ ਦਿਨ 'ਚ ਕਰਦੀਆਂ ਸੀ ਉਹ ਘੰਟੇ 'ਚ ਕਰ ਦਿੰਦੇ ਸੀ। ਅਤੇ ਉਹ ਗ੍ਰੇਡਿੰਗ ਨਾਲ ਸਾਡੀ ਮਾਰਕੀਟ ਬੜੇ ਵਧੀਆ ਹੋਇਆ। ਆੜਤੀ ਨੇ ਵੀ ਕਹਿਣਾ ਮਸ਼ੀਨ ਦੀ ਗ੍ਰੇਡਿੰਗ ਕੀਤੀ ਆ। ਉਸ ਚੀਜ਼ ਨੇ ਕਹਿ ਲਓ ਵੀ ਗ੍ਰੇਡਿੰਗ ਦੀ ਕਿੰਨੇ ਦੀ ਮਸ਼ੀਨ ਸੀ ਜੇ ਮੁੱਲ ਲਿਆਉਣੀ ਹੁੰਦੀ? ਉਹ ਜਿਹੜੀ ਛੋਟੀ ਜਿਹੜੀ ਕਹਿਣਾ ਮੈਨੂੰ ਉਹਦੇ 'ਤੇ ਜਾਣੀ ਗੋਲਡ ਮੈਡਲ ਵੀ ਮਿਲਿਆ ਸੀ। ਉਦੋਂ ਮੈਂ ਘਰ ਦੇ ਕਵਾੜ ਤੋਂ ਤਿਆਰ ਕੀਤੀ ਸੀ। ਜਿਹੜਾ ਪੁਰਾਣਾ ਫਲਾ ਹੁੰਦਾ ਸੀ ਆਪਣਾ ਕਣਕ ਕੱਢਣ ਵਾਲਾ, ਉਹ ਫਲੇ ਦੀ ਤੋੜ ਭੰਨ ਕਰਕੇ ਬੈਰਿੰਗ ਲਾ ਕੇ ਪਟੇ ਲਾ ਕੇ ਉਹ ਜਾਣੀ ਮੈਂ ਕਵਾੜ ਤੋਂ ਤਿਆਰ ਕੀਤੀ। ਫਿਰ ਉਦੋਂ ਬਾਅਦ ਅਸੀਂ ਇੱਕ ਡੈਲੀਗੇਸ਼ਨ ਦੇ ਵਿੱਚ ਸਿਟਰਸ ਪ੍ਰੋਗਰਾਮ 'ਚ ਫਲੋਰੀਡਾ ਗਏ, ਅਮਰੀਕਾ ਵਿਖੇ। ਉੱਥੇ ਇੱਕ ਫਾਰਮਰ ਦੇ ਬਾਗ ਦੇ ਵਿੱਚ ਮੈਂ ਜਿਸ ਤਰ੍ਹਾਂ ਮੇਰੇ ਤੁਸੀਂ ਹੁਣ ਵੈਕਸਿੰਗ ਪਲਾਂਟ ਦੇਖ ਕੇ ਐਂ ਲੱਗਿਆ ਹੋਇਆ ਸੀ। ਮੇਰੇ ਮਨ 'ਚ ਆਇਆ ਵੀ ਜੇ ਇਹਨੇ ਲਾ ਲਿਆ, ਜਰਾ ਆਪਾਂ ਕਿਉਂ ਨਹੀਂ ਲਾ ਸਕਦੇ, ਹੈ ਨਾ। ਆ ਕੇ ਜਦੋਂ ਇੱਥੇ ਮੈਂ ਉਹਦੀ ਕੋਟੇਸ਼ਨਾਂ ਮੰਗੀਆਂ, ਕੰਪਨੀਆਂ ਜਿਹੜੀਆਂ ਪਹਿਲਾਂ ਗ੍ਰੇਡਿੰਗ ਮਸ਼ੀਨਾਂ ਤਿਆਰ ਕਹਿੰਦੇ, ਕੋਈ 35 ਲੱਖ, ਕੋਈ 30 ਲੱਖ ਮੰਗੇ। ਅੱਛਾ 30 ਲੱਖ ਦੀ ਆਪਣੀ ਗੁੰਜਾਇਸ਼ ਨਹੀਂ ਸੀ, ਜਾਨੀ ਮੈਂ ਫਰੀਜ ਹੋ ਜਾਇਆ ਕਰਾਂ 30 ਲੱਖ ਸੁਣ ਕੇ ਵੀ ਯਾਰ ਬਣਾਉਣੀ ਆ, ਕਰਨੀ ਆ ਜੀ, ਠੀਕ ਆ। ਫਿਰ ਉਸ ਦਾ ਮੇਨ ਟਾਈਮ ਚੌਧਰੀ ਸਿੰਦਰ ਜਾਖੜ ਜੀ ਨਾਲ ਮੇਰੀ ਮੁਲਾਕਾਤ ਹੋਈ। ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਵੀ ਯਾਰ ਤੂੰ ਬੜਾ ਅਗਰੈਸਿਵ ਬੰਦਾ, ਤੂੰ ਇਹ ਬਣਾ ਸਕਦਾ, ਤੂੰ ਕੋਸ਼ਿਸ਼ ਕਰ, ਠੀਕ ਹੈ ਨਾ। ਜਿਹੜੀ ਮੇਰੀ ਹੈਲਪ ਹੋ ਮੈਂ ਤੁਹਾਨੂੰ ਕਰੂੰਗਾ, ਹੈ ਨਾ। ਤਾਂ ਉਹਨਾਂ ਨੇ ਮੈਨੂੰ ਉਤਸ਼ਾਹਿਤ ਕੀਤਾ। ਤਾਂ ਮੈਂ ਆਪਦੇ ਮਿਸਤਰੀ ਦੋਸਤ ਸੀਗਾ, ਉਹਦੇ ਨਾਲ ਗੱਲ ਕੀਤੀ ਵੀ ਆਪਾਂ ਮਸ਼ੀਨ ਬਣਾਉਣੀ ਆ, ਤੈਨੂੰ ਜਿਹੜੀ ਲੇਬਰ ਹੋ ਕੁਛ ਵੀ ਹੋ ਮੈਂ ਪੇ ਕਰੂੰਗਾ, ਵੀ ਤੂੰ 2 ਬੰਦੇ ਬੈਲਟ ਅਤੇ ਖਰਾਦ ਵਾਲੇ ਮੇਰੇ ਨਾਲ ਆ ਜਾਓ। ਤਾਂ ਇੱਥੇ ਫਾਰਮ 'ਤੇ ਲਿਆ ਕੇ ਸਮਾਨ ਅਸੀਂ ਦਿੱਲੀ ਵਗ ਜਾਣਾ, ਜਾਣੀ ਪੂਰੀ ਰੇਕੀ ਕਰ ਸਮਾਨ ਲੈਣਾ। ਉਹ ਮਸ਼ੀਨ ਸਾਰੀ 7 ਲੱਖ ਰੁਪਏ ਤਿਆਰ ਕਰ ਲਈ, ਜਿਹੜੀ 35 ਲੱਖ ਰੁਪਏ ਦੀ ਸੀ। ਅਤੇ ਹੁਣ ਜਿਉਂਦੀ ਜਾਗਦੀ ਹੁਣ ਦੇਖੋ 2009 ਦੀ ਚੱਲ ਰਹੀ ਆ, ਹਾਲ ਤੱਕ ਉਹਦੇ ਅਸੀਂ ਗਰੀਸ ਹੀ ਕਰਦੇ ਹਾਂ, ਕੋਈ ਜ਼ੀਰੋ ਮੇਨਟੇਨੈਂਸ। ਅੱਛਾ ਉਦੋਂ ਬਾਅਦ ਹੋਰ ਫਾਰਮਰ ਨੂੰ ਵੀ ਬਣਾ ਦਿੱਤੀਆਂ ਸੀ। ਅੱਛਾ ਹਾਂਜੀ, ਘੱਟੋ ਘੱਟ ਮੈਥੋਂ ਬਣੇ ਇਸ ਰੰਗ ਢੰਗ 'ਚ ਹੋਰ ਕੀ ਬਣਾਇਆ? ਇਹਦੇ 'ਚ ਮੈਂ ਸਪਰੇਅ ਪੰਪ ਬਣਾਏ ਜੀ। ਇਹ ਏਅਰ ਬਲਾਸਟ ਸਪਰੇਅ ਪੰਪ ਕਹਿੰਦੇ ਆ, ਜਿਹੜਾ ਉਦੋਂ ਇਟਲੀ ਦਾ ਜਾਂ ਕਟੇਸ਼ਨਾ ਮੰਗਾਉਂਦੇ ਸੀ, 16 ਲੱਖ ਰੁਪਏ ਦਾ ਸਪਰੇਅ ਪੰਪ ਸੀ। ਉਹ ਸਾਨੂੰ 2.5 ਲੱਖ ਰੁਪਏ 'ਚ ਅਸੀਂ ਘਰੇ ਤਿਆਰ ਕੀਤਾ, ਜਿਹਦੀ ਐਫੀਸ਼ੀਐਂਸੀ ਇਟਲੀ ਵਾਲੇ ਨਾਲੋਂ ਜ਼ਿਆਦਾ ਆ। ਅੱਛਾ ਜੀ। ਤੁਹਾਨੂੰ ਇਹ ਸਾਰੇ ਚੱਕਰਾਂ ਦੇ ਵਿੱਚ ਬਹੁਤ ਮਾਨ ਸਨਮਾਨ ਮਿਲਿਆ, ਥੋੜਾ ਜ਼ਿਕਰ ਕਰੀਏ ਕੀ ਕੁਝ ਮਿਲਿਆ ਇਹਦੇ 'ਚ? ਸ਼ੁਰੂ ਤੋਂ ਲੈ ਕੇ ਜੀ, ਪਹਿਲਾਂ ਤਾਂ ਮੈਂ ਕਹੂੰਗਾ ਵੀ ਜਿਹੜਾ ਆਪਣੇ ਭਾਈਚਾਰੇ ਦਾ ਪਿਆਰ, ਤੁਹਾਡੇ ਵਰਗੇ ਸੱਜਣਾਂ ਦਾ ਪਿਆਰ, ਸਾਰਿਆਂ ਨੂੰ ਵੱਡਾ ਤਾਂ ਉਹ ਮਾਣ ਹੈ ਨਾ। ਅਤੇ ਉਹ ਮੈਨੂੰ 5 ਸਟੇਟ ਅਵਾਰਡ ਮਿਲ ਚੁੱਕੇ ਆ ਜੀ, 3 ਮੈਨੂੰ ਨੈਸ਼ਨਲ ਅਵਾਰਡ ਮਿਲ ਚੁੱਕੇ ਆ। ਬਾਕੀ ਹੋਰ ਜਥੇਬੰਦੀਆਂ ਤੋਂ ਕ੍ਰੌਪ ਕੰਪੀਟੀਸ਼ਨ ਦੇ ਕੋਈ 75 ਦੇ ਕਰੀਬ ਅਵਾਰਡ ਨੇ। ਹੁਣ ਮੈਂ ਨੋਮੀਨੇਸ਼ਨ ਹੀ ਨਹੀਂ ਭਰਦਾ ਵੀ ਯਾਰ ਹੋਰ ਦੇ ਵੀ ਵਿਚਾਰੇ ਨੂੰ ਕਿਸੇ ਨੂੰ ਮਿਲ ਜੇ। ਉਹਨਾਂ ਨੇ ਤੁਹਾਡਾ ਸੁਪਨਾ ਸੀ ਵੀ ਤੁਹਾਡੇ ਖੇਤ ਚੋਂ ਜੀ ਜਹਾਜ਼ ਉੱਡਿਆ ਕਰੇ, ਸਬਜ਼ੀਆਂ ਦਾ ਜਾਂ ਫਲਾਂ ਦਾ ਭਰ ਕੇ ਡਾਇਰੈਕਟ ਐਕਸਪੋਰਟ ਕੀਤਾ ਜਾ ਸਕੇ। ਜੀ। ਉਹ ਸੁਪਨੇ ਤੇ ਹਜੇ ਬਲ ਹੈਗਾ?
ਉਹ 'ਚ ਬਲ ਹੈ ਥੋੜ੍ਹਾ ਜਿਹਾ ਉਹਦਾ ਸੁਪਨੇ ਦਾ ਕਹਿ ਲਓ ਵੀ ਜਹਾਜ਼ ਇੱਥੋਂ ਉੱਡਣ ਨਾਲੋਂ ਦਿੱਲੀ ਉੱਡਣ ਲੱਗ ਗਿਆ। ਅੱਛਾ ਠੀਕ ਹੈ ਨਾ, ਜਿਵੇਂ ਸਬਜ਼ੀਆਂ ਦਾ ਕੁਛ ਕੀਤੇ ਹੁਣ ਜਿਹੜੀਆਂ ਬਾਹਰ ਦੀਆਂ ਕੰਪਨੀਆਂ ਹੈਗੀਆਂ ਨੇ ਉਹਨਾਂ ਨਾਲ ਮੈਂ ਸਬਜ਼ੀਆਂ ਦੇ ਐਗਰੀਮੈਂਟ ਕਰਦਾ ਸੀਗਾ ਵੀ ਸਬਜ਼ੀ ਅਸੀਂ ਉਹਨਾਂ ਨੂੰ 22 kg ਜੇ ਉਹ ਕੁਆਲਿਟੀ ਮੁਤਾਬਕ ਦਿੰਦੇ ਸੀ, ਉਹ ਆਪਦੇ ਨਾਂ 'ਤੇ ਐਕਸਪੋਰਟ ਕਰਦੇ ਸੀ। ਅਤੇ ਜਿਹੜਾ ਆਪ ਕਰਨਾ ਇਹ ਇੱਕ ਬਹੁਤ ਵੱਡਾ ਮਾਫੀਆ, ਇਕੱਲੇ ਬੰਦੇ ਇੰਡੀਵਿਜੂਅਲ ਬੰਦੇ ਨੂੰ ਉਹਦੇ 'ਚ ਇੱਕ ਪੈਸਾ ਬਹੁਤ ਚਾਹੀਦਾ। ਜੇ ਬਾਈ ਚਾਂਸ ਇੱਕ ਕੰਸਾਈਨਮੈਂਟ ਦੇ ਪੈਸੇ ਰੁਕ ਜਾਣ, ਉਸੇ ਨਾਲ ਹੀ ਆਪਾਂ ਚੱਕਰ ਘਮਾਉਣਾ ਹੁੰਦਾ ਤਾਂ ਆਪਾਂ ਰੱਸੇ 'ਤੇ ਸਿਰ ਦੇਣ ਵਾਲਾ ਕੰਮ ਹੋ ਜੂ। ਅੱਛਾ, ਬਾਗਬਾਨੀ ਤੁਸੀਂ ਬਹੁਤ ਸਾਰੇ ਦੇਸ਼ਾਂ ਦਾ ਵਿਜ਼ਿਟ ਕੀਤੀ ਹੈ ਜੀ ਜੀ, ਤੇ ਬਹੁਤ ਸਾਰੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਿਆ, ਮਾਨ ਸਨਮਾਨ ਮਿਲਿਆ ਜੀ ਜੀ। ਕਿਸਾਨੀ ਨੂੰ ਬਚਾਉਣ ਲਈ ਕੀ ਕੀਤਾ ਜਾ ਸਕਦਾ? ਕਿਸਾਨੀ ਨੂੰ ਬਚਾਉਣ ਲਈ ਸਾਰਿਆਂ ਨਾਲ ਤਾਂ ਮੈਂ ਇਹੀ ਕਹੂੰਗਾ ਵੀ ਜਿਹੜੇ ਸਾਡੇ ਟੀਨਏਜਰ ਨੇ ਹੈ ਨਾ, ਮੈਂ ਅਮਰੀਕਾ ਇੱਕ ਟ੍ਰੇਨਿੰਗ ਸੀ ਸਾਡੀ, ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਕੋਈ ਇਹੋ ਜਿਹੀ ਖਾਦ ਦੱਸੋ ਵੀ ਜਿਹਦੇ ਨਾਲ ਸਾਡੀ ਕੁਆਲਿਟੀ ਵੀ ਵਧੀਆ ਹੋਵੇ ਅਤੇ ਕੁਆਂਟਿਟੀ ਵੀ ਵਧੀਆ ਹੋਵੇ ਹੈ ਨਾ। ਤਾਂ ਉਹਨੇ ਗੋਰੇ ਨੇ ਜਾਣੀ ਇੰਨਾ ਵਧੀਆ ਜਵਾਬ ਦਿੱਤਾ ਜਿਹਦਾ ਅੱਜ ਵੀ ਅਸੀਂ ਅਮਲ ਕਰਨ ਅਤੇ ਬੱਚਿਆਂ ਨੂੰ ਵੀ ਇਹੀ ਕਿਹਾ। ਉਹਨੇ ਕਿਹਾ ਜੀ ਫੁੱਟਪ੍ਰਿੰਟਸ ਦੀ ਗੁੱਡ ਮਨਿਓਰ, ਵੀ ਜਿਹੜੇ ਤੁਹਾਡੇ ਪੈਰਾਂ ਦੇ ਨਿਸ਼ਾਨ ਆ ਨਾ ਖੇਤ ਦੇ ਵਿੱਚ, ਉਦੋਂ ਵਧੀਆ ਕੋਈ ਖਾਦ ਨਹੀਂ। ਅੱਛਾ, ਠੀਕ ਹੈ ਨਾ। ਹੁਣ ਸਾਡੇ ਇਹ ਹੋ ਗਿਆ ਵੀ ਪਈਆਂ ਵੜਤੀਆਂ ਅਸੀਂ ਖੇਤਾਂ 'ਤੇ ਜਾਣ ਵਾਲੇ ਰਸਤੇ ਕਰਦੇ, ਗੱਡੀਆਂ ਸਾਡੇ ਕੋਲੇ ਵੱਡੇ ਟਾਇਰਾਂ ਵਾਲੀਆਂ, ਉਹ ਪਹੀ 'ਤੇ ਨਹੀਂ ਜਾਂਦੀ, ਰਸਤੇ 'ਚ ਰੁਕ ਜਾਂਦੀ ਆ, ਚਿੱਟੇ ਸਾਡੇ ਕੱਪੜੇ ਹੋ ਗਏ। ਠੀਕ ਹੈ ਨਾ, ਖੇਤ ਜਾਣਾ ਅਸੀਂ ਵੱਧਦਾ, ਸਾਨੂੰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਬੇਟਾ ਜੇ ਖੇਤ ਉੱਤੋਂ ਦੀ ਗੇੜਾ ਦੇਵਾਂਗੇ ਨਾ ਖੇਤ ਵੱਡਾ ਹੋ ਜਾਂਦਾ। ਅੱਛਾ, ਠੀਕ ਹੈ ਨਾ, ਉਹਦੇ 'ਚ ਲੌਜਿਕ ਇਹ ਜੀ ਵੀ ਖੇਤ ਗੇੜਾ ਦੇਊਗਾ ਵੱਟ ਉੱਤੋਂ ਦੀ ਤਾਂ ਇਹਨੂੰ ਖਾਦ ਖੁਰਾਕ ਦਾ ਪਤਾ ਲੱਗੂ ਵੀ ਬੂਟਾ ਪੀਲਾ ਕੀ ਆ, ਕੀ ਪਾਉਣਾਗਾ ਹੈ ਨਾ। ਜੇ ਉਹ ਵਧੀਆ ਕਰਾਂਗੇ ਆਪਦੀ ਉਹਦੀ ਕੇਅਰ ਹੋ ਜੂ ਵਧੀਆ ਤਾਂ ਕੁਆਲਿਟੀ ਵਧੀਆ ਹੋ ਜੂ, ਕੁਆਂਟਿਟੀ ਵਧੀਆ ਹੋ ਜੂ ਤਾਂ ਪੈਸੇ ਵੱਧ ਹੋਣਗੇ ਤਾਂ ਨਾਲ ਲੱਗ ਵੀ ਲੈ ਲਾਂਗੇ ਤਾਂ ਖੇਤ ਆਪੇ ਵੱਡਾ ਹੋ ਗਿਆ। ਜਿਹੜੇ ਇਹ ਸੰਸਕਾਰ ਸੀ ਉਹ ਸਾਥੋਂ ਖਤਮ ਹੋ ਗਏ। ਚਿੱਟੇ ਕੱਪੜਿਆਂ ਨੇ ਸਾਨੂੰ, ਮੈਂ ਇਹੀ ਕਹਿਣਾ ਵੀ ਚਿੱਟਾ ਅਤੇ ਚਿੱਟੇ ਕੱਪੜਿਆਂ ਨੇ ਪੰਜਾਬ ਨੂੰ ਜਾਣੀ ਕਹਿ ਲਓ ਪੰਜਾਬ ਦਾ ਪਹੀਆ ਰੋਕਤਾ। ਤੁਹਾਨੂੰ ਲੱਗਦਾ ਹੈ ਕਿ ਹੁਣ ਵੀ ਮੁੜਿਆ ਜਾ ਸਕਦਾ ਖੇਤੀ ਰਾਹੀਂ? ਕਿਉਂ ਨਹੀਂ ਮੁੜਿਆ ਜਾ ਸਕਦਾ ਜੀ? ਕਿਵੇਂ ਮੁੜਿਆ ਜਾ ਸਕਦਾ? ਜੇ ਮੈਂ ਕਹਾਂ ਵੀ ਉਹ ਤੁਹਾਨੂੰ ਮੈਂ ਪਹਿਲਾਂ ਵੀ ਆਪਣੇ ਆਮ ਜਿਹੜੀ ਆਪਾਂ ਗੱਲਬਾਤ ਕਰਦੇ ਸੀ ਵੀ ਉਹ ਤੜਕਾ ਵਾਲਾ ਜਿਹੜਾ ਕੰਮ ਆ, ਹੁਣ 8 ਵਜੇ ਤੱਕ ਅਸੀਂ ਬੱਚਿਆਂ ਨੂੰ ਏਸੀ 'ਚ ਉਠਾਉਂਦੇ ਨੇ ਜੀ। ਠੀਕ ਹੈ ਨਾ, ਜਿਹੜੇ ਸਾਡੇ ਘਰ ਦੇ ਜਿੰਮ ਸੀ ਉਹ ਅਸੀਂ ਖਤਮ ਕਰ ਲਏ। ਠੀਕ ਹੈ, ਟੋਕੇ ਵਾਲੀਆਂ ਮਸ਼ੀਨਾਂ ਜੀ ਹੋਰ ਸੀ, 8 ਵਜੇ ਉੱਠ ਕੇ ਫਿਰ ਉਹ ਜਿੰਮ ਲਾਉਣ ਜਾਂਦੇ ਨੇ। ਸਾਨੂੰ ਕਲਚਰ ਜਿਹੜਾ ਕਲਚਰ 'ਚ ਵਿਗਾੜ ਆ ਗਿਆ ਨਾ, ਸਾਡੇ ਜਿਹੜੇ ਬੁੱਧੀਜੀਵੀ ਆ ਕੋਈ ਬਹਿ ਕੇ ਵਿਚਾਰ ਕੇ ਜਾਣੀ ਇੱਕ ਸਾਨੂੰ ਜੀਵਨ ਜਾਂਚ ਨਵੀਂ ਦੇਣੀ ਪਊ ਸਾਡੀ ਪੀੜ੍ਹੀ ਨੂੰ, ਫਿਰ ਇਹ ਕੋਈ ਖਾਸ ਗੱਲ ਨਹੀਂ। ਜੇ ਮੈਂ ਵੀ ਕਹਿ ਲਓ ਵੀ ਟਰਾਲੀ ਖੁੱਬੀ ਹੋਈ ਕੱਢੀ ਆ, ਜੇ ਮੈਂ ਅੱਜ ਆਮ ਤੋਂ ਖਾਸ ਬਣਿਆ ਬੈਠਾ, ਉਹ ਹਾਲਾਤ ਜਿਹੜੇ 'ਚ ਫਾਰਮਰ ਹੈ ਉਹ ਟੱਪੇ ਹੋਏ ਆ, ਯਾਨੀ ਸੇਮ ਹੀ ਹੰਡਾਇਆ। ਹਾਂ, ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਸਾਰਾ ਗਿਫਟਡ ਸਭ ਕੁਛ ਮਿਲਿਆ ਸੀ। ਕਰਜ਼ੇ ਜਦੋਂ ਕਹਿ ਲਓ ਵੀ ਕਬੀਲਦਾਰੀ ਸਾਂਭੀ ਆ ਤਾਂ 9 ਲੱਖ ਰੁਪਏ ਦਾ ਉਸ ਟਾਈਮ 'ਚ ਕਰਜ਼ਾ ਸੀ, ਟਰਾਂਸਪੋਰਟ ਦਾ ਘਾਟਾ। ਠੀਕ ਆ, ਸਾਰਾ ਕੁਝ ਖੇਤੀ 'ਚ ਹੀ ਕਵਰ ਕੀਤਾ, ਪਰ ਪਹਿਰਾ ਦੇਣਾ ਪਊਗਾ। ਆਪ ਇਹ ਨਹੀਂ ਕਹਿ ਸਕਦੇ ਵੀ ਕਰਤੀ ਵੇਚੇ ਕੋਈ ਹੋਰ। ਮੰਡੀਕਰਨ ਖੁਦ ਕਰਨ ਦਾ ਫਰਕ ਹੈ ਬਹੁਤ ਜ਼ਿਆਦਾ ਜੀ। ਜੇ ਹੁਣ ਤੁਸੀਂ ਕਹਿ ਲਓ ਵੀ ਸੋਥੋਂ ਤੁਸੀਂ ਇੱਕ ਹੀ ਚੀਜ਼ ਆਪ ਵੇਚ ਲਿਓ, ਸੁਬਾਹ ਤੁਹਾਨੂੰ 10 ਰੁਪਏ ਦੀ ਉਹ ਚੀਜ਼ ਸੋਥੋਂ ਲੈਤੀ ਜਾਂਦੀ ਹੈ, ਜੇ ਤੁਸੀਂ ਉਹੀ ਰੇਹੜੀ ਵਾਲੇ ਕੋਲੇ ਆਪ ਵਗ ਜਾਓ ਤਾਂ ਤੁਹਾਨੂੰ 30 ਰੁਪਏ ਦੀ ਮਿਲੂ। ਠੀਕ ਆ, ਉਹ ਜਿਹੜਾ ਵਿਚਲਾ ਫਰਕ ਆ ਜੇ ਤੁਹਾਡੇ ਕੋਲੇ ਆਉਣ ਲੱਗ ਗਿਆ ਤਾਂ ਕਿਉਂ ਨਹੀਂ ਉਹ ਹੋਊਗਾ। ਤੁਹਾਨੂੰ ਸਿਆਸੀ ਵੀ ਥੋੜਾ ਇੰਟਰਸਟ ਰਿਹਾ ਹੈ ਜੀ ਜੀ, ਤੁਸੀਂ ਇੱਕ ਇਲੈਕਸ਼ਨ ਵੀ ਲੜੀ ਹੈ, ਉਹਦੇ ਨਾਲੋਂ ਖੇਤੀ ਚੰਗੀ ਹੈ ਕਿ ਸਿਆਸਤ ਚੰਗੀ ਹੈ? ਨਹੀਂ ਜੀ, ਦੇਖੋ ਜੋ ਆਨੰਦ ਕਹਿ ਲਓ ਵੀ ਖੇਤੀ ਵਿੱਚ ਆ, ਬਾਬੇ ਨਾਨਕ ਨੇ ਉੱਤਮ ਕਿਹਾ ਹੈ ਨਾ, ਤਾਂ ਸਿਆਸਤ ਵਿੱਚ ਤਾਂ ਕਹਿ ਲਓ ਵੀ ਸਰਦਾ ਨਹੀਂ ਸਾਡੇ ਸਿਸਟਮ ਦੇ ਵਿੱਚ। ਜੇ ਤੁਹਾਡਾ ਕੋਈ ਗੋਡ ਫਾਦਰ ਚਾਹੀਦਾ ਤਾਂ ਤੁਹਾਨੂੰ ਲਲੀ ਪਰਾਲੀ ਤੰਗ ਕਰਨ ਲੱਗ ਜਾਂਦੇ, ਜੇ ਤੁਸੀਂ ਬਿਲਕੁਲ ਹੀ ਨਿਊਟਰਲ ਹੋ ਜਾਂਦੇ ਹੋ। ਤੁਹਾਡੇ ਕੋਲ ਇੱਕ ਥੰਮ ਚਾਹੀਦਾ ਹੈ ਨਾ। ਮੈਂ ਕਹੂੰਗਾ ਵੀ ਮੇਰੇ ਕੋਲੇ ਜੇ ਥੰਮ ਕਹੂੰਗਾ ਵੀ ਇੱਕ ਪੰਜਾਬ ਦੇ ਕਹਿ ਲਓ ਵੀ ਅਨਮੁੱਲ ਹੀਰਾ ਜਿਹੜਾ ਪੰਜਾਬ ਦੀ ਸਿਆਸਤ ਦਾ, ਠੀਕ ਆ, ਉਹਦਾ ਮੇਰੇ ਸਿਰ 'ਤੇ ਹੱਥ ਆ ਅਤੇ ਮੇਰਾ ਯਾਰ ਆ। ਠੀਕ ਹੈ, ਤੁਹਾਨੂੰ ਇੰਨੇ ਡੈਲੀਗੇਸ਼ਨਾਂ ਦਾ ਹਿੱਸਾ ਬਣਨ ਦਾ ਮੌਕਾ, PAU ਨਾਲ ਬਹੁਤ ਵਿਚਰੇ ਹੋ ਜੀ ਜੀ, ਪੰਜਾਬ ਦੀਆਂ ਆਦਤਾਂ 'ਚ ਹੋਰ ਕੀ ਸੁਧਾਰ ਕਰਨ ਦੀ ਲੋੜ ਹੈ, ਜਾਂ ਪੰਜਾਬ ਦੀਆਂ ਕ੍ਰਾਪਸ ਦੇ ਵਿੱਚ ਕੀ ਸੁਧਾਰ ਕਰਨ ਦੀ ਲੋੜ? ਮੈਂ ਤਾਂ ਇਹੀ ਕਹੂੰਗਾ ਜੀ, ਪਹਿਲਾਂ ਜਿਹੜੇ ਦਾਦੀਆਂ ਨਾਨੀਆਂ ਦਾ ਸਕੂਲ ਸੀ, ਜਿਨ੍ਹਾਂ ਦੇ ਪੱਟਾਂ 'ਤੇ ਬਹਿ ਕੇ ਆਪਾਂ ਸੰਸਕਾਰ ਲੈਤੇ ਆ, ਸਾਨੂੰ ਕਹਿ ਲਓ ਵੀ ਸਰਵਣ ਪੁੱਤ ਵਰਗੀਆਂ ਸਾਖੀਆਂ ਸੁਣਾਈਆਂ ਹੈ ਨਾ, ਸਾਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਈਆਂ, ਉਹ ਸਾਖੀਆਂ ਤੇ ਉਹ ਸੰਸਕਾਰਾਂ ਵਾਲਾ ਮਾਹੌਲ, ਸਾਡਾ ਜਿਹੜਾ ਪਾਸਟ ਆ ਉਹ ਸਾਡਾ ਫਿਊਚਰ ਹੈ। ਜੀ ਜੀ, ਉਹ ਸੰਸਕਾਰ ਸਾਨੂੰ ਸਾਡੇ 'ਚ ਬਿਲਟ ਕਰਨੇ ਪੈਣਗੇ ਤਾਂ ਕਹਿ ਲਓ ਵੀ ਪੰਜਾਬ ਕਿਤੇ ਹੀ ਨਹੀਂ ਇਹ ਤਾਂ ਕਹਿ ਲਓ ਵੀ ਤੂਫਾਨ ਨਾਲ ਮੂਹਰੇ ਖੜਨ ਵਾਲੀ ਸਟੇਟ ਆ ਗਈ।
ਤੇ ਇਹ ਤਾਂ ਕੋਈ ਖਾਸ ਗੱਲ ਨਹੀਂ। ਆਰਥਿਕਤਾ ਨੂੰ ਅਸੀਂ ਤਾਂ ਕੁਝ ਮੰਨਦੇ ਹੀ ਨਹੀਂ ਵੀ ਜਿਹੜੀ ਸਾਡੀ ਆਪ ਦੀ ਪੈਦਾ ਕੀਤੀ ਹੋਈ ਸਮੱਸਿਆ, ਕੁਦਰਤ ਵਾਲੀ ਤਾਂ ਆਪਾਂ ਲੜ ਨਹੀਂ ਸਕਦੇ। ਇਹ ਤਾਂ ਸਾਡੀਆਂ ਆਪ ਦੀਆਂ ਆਦਤਾਂ ਨਾਲ ਪੈਦਾ ਕੀਤੀ ਸਮੱਸਿਆ। ਤੁਸੀਂ ਇੱਕ ਛੋਟਾ ਜਿਹਾ ਪਸ਼ੂਆਂ ਦਾ ਮਾਡਲ ਵੀ ਬਣਾਇਆ ਜੀ ਜਿਹੜਾ ਵੀ ਬੰਨਣਾ ਨਾ ਪਵੇ, ਖੋਲਣਾ ਨਾ ਪਵੇ, ਉਹਦੀ ਕੀ ਲੋੜ ਮਹਿਸੂਸ ਕੀਤੀ ਸੀ? ਉਹਦੀ ਲੋੜ ਇਹ ਸੀ ਜੀ ਵੀ ਜਿਸ ਤਰ੍ਹਾਂ ਹੁਣ ਹਰ ਪਰਿਵਾਰ ਦੇ ਵਿੱਚ ਕੀ ਆ ਵੀ ਛੋਟਾ ਪਰਿਵਾਰ ਹੋ ਰਿਹਾ ਜੀ, ਬਹੁਤ ਜ਼ਿਆਦਾ, ਯਾਨੀ 3 ਮੈਂਬਰਾਂ ਦਾ ਪਰਿਵਾਰ ਹੀ ਕਹਿ ਸਕਦੇ ਹਨਾ। ਜਦੋਂ ਗੁਣਾ ਘਟਾਓ ਕਰਨ ਲੱਗ ਜਾਂਦਾ ਵੀ ਕਿਹੜਾ ਯਾਰ ਐਂ ਕਰੂਗਾ, ਪਾਲੀ ਰੱਖੂਗਾ, ਜੇ ਕਰੂਗਾ ਹਨਾ, ਤੇ ਆਪਾਂ ਮੁੱਲ ਲੈ ਲੈਂਦੇ ਹਨਾ। ਮੁੱਲ ਦੁੱਧ ਤੁਹਾਨੂੰ ਪਤਾ ਵੀ ਕੀ ਕੁਛ ਹੁੰਦਾ ਹਨਾ, ਵੀ ਐਂਟੀਬਾਇਓਟਿਕ ਹੋਰ, ਜੇ ਤੁਸੀਂ ਨਰੋਈ ਸਿਹਤ ਵੀ ਚਾਹੀਦੀ ਆਪਾਂ ਨੂੰ, ਜੇ ਕਹਿ ਲਓ ਵੀ ਤੰਦਰੁਸਤੀ ਵਰਗੀ ਕੋਈ ਨਿਆਮਤ ਹੈ ਨਹੀਂ। ਤੰਦਰੁਸਤੀ ਇਹ ਹੈ ਵੀ ਆਪਾਂ ਦੁੱਧ ਕਿਉਂ ਨਾ ਆਪਦਾ ਘਰ ਦਾ ਹੋਵੇ, ਤਾਂ ਉਹਦਾ ਮੈਂ ਡਿਜ਼ਾਈਨ ਵੀ ਇਸ ਤਰ੍ਹਾਂ ਕੀਤਾ ਵੀ ਆਪਾਂ ਜੇ ਪੈਂਟ ਪਾਈ ਖੜੇ ਆ ਤਾਂ ਸੰਨੀ ਲਾਉਣੀਆਂ, ਲਿਬੜਨ ਨਾ ਪਵੇ, ਪਸ਼ੂ ਬੂਥ ਨਾ ਮਾਰੇ, ਜੇ ਨਾ ਕਰੇ ਹਨਾ, ਉਸੇ ਤਰ੍ਹਾਂ ਗੋਹੇ 'ਚ ਨਾ ਜਾਣਾ ਪਵੇ। ਉਹ ਇੱਕ ਮੈਂ ਜਾਣੀ ਮੁਲਾਜ਼ਮਾਂ ਲਈ ਰੱਖਣ ਲਈ, ਜਿਹੜੇ ਪੜ੍ਹੇ ਲਿਖੇ ਬੰਦੇ ਵੀ ਇੱਕ ਗਾਂ ਰੱਖ ਕੇ ਆਪਦਾ ਸਾਰਾ ਕੁਝ ਸਿਸਟਮ ਚਲਾ ਸਕਣ, ਤਾਂ ਉਸ ਲਈ ਤਿਆਰ ਕੀਤਾ। ਤੁਸੀਂ ਦੇਖਿਆ ਵੀ ਉਹਦੇ 'ਚ ਦੁੱਧ ਚੋਣ ਵੇਲੇ ਵੜਨਾ ਪੈਂਦਾ, ਨਹੀਂ ਉੱਥੇ ਵੜਨ ਦੀ ਲੋੜ ਨਹੀਂ ਸਾਨੂੰ, ਖੁੱਲੀ ਗਾਂ ਹਰ ਵੇਲੇ। ਸੁਖਪਾਲ ਨੂੰ ਜਿਹੜੇ ਮਖੌਲ ਕਰਦੇ ਹੁੰਦੇ ਸੀ ਜੀ ਵੀ ਇਹ ਨਵਾਂ ਪੜਾਕੂ ਹੈ, ਹਾਂਜੀ ਤੇ ਇਹ ਘਾਟਾ ਖਾਊਗਾ, ਜੀ ਬੱਸਾਂ 'ਚ ਤਾਂ ਪਹਿਲਾਂ ਪੈ ਗਿਆ, ਇੱਥੇ ਵੀ ਖਾਊਗਾ, ਹਾਂਜੀ ਉਹਨਾਂ ਲੋਕਾਂ ਨੇ ਲੋਹਾ ਮੰਨਿਆ, ਆਏ ਮੁੜ ਕੇ ਕੋਈ ਆਖੇ ਲੱਗਿਆ ਨਾ ਜੀ? ਬਹੁਤ ਕਹਿ ਲਓ ਵੀ ਉਹ ਮੇਰੇ ਤੇ ਅੱਜ ਕੱਲ੍ਹ ਮਾਣ ਮਹਿਸੂਸ ਕਰਦੇ। ਤੁਸੀਂ ਤੋਰ ਸਕੇ ਲੋਕਾਂ ਨੂੰ ਅੱਗੇ? ਬਹੁਤ ਜ਼ਿਆਦਾ ਜੀ, ਕਿੰਨੇ ਸ਼ੁਭ ਚਿੰਤਕ ਮੇਰੇ ਉਹ ਤੋਰਨ ਦੀ ਜਿਹੜੀ ਮੇਰੀ ਰਫ਼ਤਾਰ ਸੀ। ਮੈਂ ਪਿੰਡਾਂ ਦੇ ਵਿੱਚ ਕਲੱਬ ਬਣਾਉਣੇ ਸ਼ੁਰੂ ਕਰਤੇ, ਫਾਰਮਰ ਕਲੱਬ ਵੀ ਹਰ ਪਿੰਡ ਦੇ ਵਿੱਚ। ਵੀ ਮੇਰੀ ਕਾਮਯਾਬੀ ਦਾ ਰਾਜ ਮੈਂ ਹਰ ਨੂੰ ਦੱਸਣ ਲੱਗ ਗਿਆ ਵੀ ਇਨਪੁਟਸ ਆ ਜਿਹੜੀ ਇਕੱਠੀ ਹੋ ਕੇ ਖਰੀਦੋ, ਇੰਨੇ % ਘੱਟ ਮਿਲ ਜੂਗਾ, ਠੀਕ ਆ। ਉਹ ਚੀਜ਼ ਦੀ ਮੈਂ ਸਕੂਲਿੰਗ ਸ਼ੁਰੂ ਕਰਤੀ। ਤਾਂ 2005 'ਚ ਮਾਫੀਏ ਨੇ ਬਹੁਤ ਵੱਡੀ ਮੇਰੇ 'ਤੇ ਗੇਮ ਕੀਤੀ, ਠੀਕ ਹੈ ਨਾ, ਮੈਨੂੰ ਖ਼ਤਮ ਕਰਨ ਦੀ, ਵੀ ਖੁਦਕਸ਼ੀ ਕਰਾਉਣ ਦੀ। ਮੇਰੇ ਨਾਂ 'ਤੇ ਬੋਕਸ ਵੀ ਬੁੱਕ ਕੀਤਾ, ਬੋਕਸ ਵੇਚਤਾ, ਮੈਨੂੰ ਪਤਾ ਵੀ ਨਹੀਂ ਲੈਣ ਵਾਲਾ ਦੇਣ ਵਾਲਾ ਕੌਣ ਆ, ਠੀਕ ਹੈ ਨਾ। ਵੀ ਇਹਨੂੰ ਅਣਖੀ ਬੰਦਾ ਮੈਨੂੰ ਖੁਦਕਸ਼ੀ ਕਰਾਉਣ ਦੀ ਕੋਸ਼ਿਸ਼ ਸੀ। ਪਰ ਕਹਾਂ ਵੀ ਮੈਂ ਧੰਨਵਾਦ ਕਰਦਾ ਮੇਰੇ ਸ਼ੁਭ ਚਿੰਤਕਾਂ ਦਾ, ਠੀਕ ਹੈ ਨਾ, ਵੀ ਜਿਨ੍ਹਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ। ਮੈਂ ਉਹ ਕਹਿ ਲਓ ਵੀ ਜਿਹੜਾ ਹਾਰਡਲ ਸੀ ਮੇਰੀ ਲਾਈਫ ਦਾ, ਉਹ ਪਾਰ ਕਰਕੇ ਅੱਜ ਫਿਰ ਮੈਂ ਤੁਹਾਡੇ ਵਿੱਚ ਬੈਠਾ। ਜੇ ਤੁਹਾਨੂੰ ਕੁਝ ਟਿਪਸ ਦੇਣ ਨੂੰ ਕਿਹਾ ਜਾਵੇ ਪੰਜਾਬ ਦੀ ਫਾਰਮਿੰਗ ਜੀ ਕੀ ਕਹੋਗੇ? ਪਹਿਲਾਂ ਤਾਂ ਮੈਂ ਇਹੀ ਕਹਾਂਗਾ ਵੀ ਜਿਹੜਾ ਨਸ਼ਾ ਰਹਿਤ ਜ਼ਿੰਦਗੀ ਆ ਹਨਾ, ਇਹਦੇ ਵਰਗੀ ਕੋਈ ਚੀਜ਼ ਹੈ ਨਹੀਂ ਗੀ। ਨਸ਼ੇ ਵੱਲ ਜਿਹੜਾ ਅਸੀਂ ਪੰਜਾਬ 'ਤੇ ਕਲੰਕ ਲੱਗਿਆ, ਉਹ ਆਪਾਂ ਲਾਈਏ, ਜਵਾਨੀ ਨੂੰ ਹੈਗਾ। ਦੂਜਾ ਕੀ ਆ ਵੀ ਬਜ਼ੁਰਗਾਂ ਦਾ ਆਖੇ ਵਿੱਚ ਚੱਲੀਏ, ਅਤੇ ਸਾਰਿਆਂ ਨਾਲੋਂ ਵੱਡੀ ਇਹ ਆ ਵੀ ਕੋਈ ਵੀ ਜਿਹੜੀ ਅਸੀਂ ਪ੍ਰੈਕਟਿਸ ਕਰਨੀ ਹੈ, PAU ਮਹਿਕਮਾ ਐਗਰੀਕਲਚਰ ਅਤੇ ਖੇਤੀਬਾੜੀ ਮਹਿਕਮੇ, ਹੁਣ ਤਾਂ ਬਹੁਤ ਜ਼ਿਆਦਾ ਪਲੇਟਫਾਰਮ ਨੇ। ਜਿਸ ਤਰ੍ਹਾਂ ਆਪਾਂ ਹੁਣ ਇੱਕ ਪਲੇਟਫਾਰਮ ਆ ਬਹੁਤ ਵੱਡਾ ਹੈ ਨਾ, ਇਹਨਾਂ ਤੋਂ ਕਰਕੇ ਨਿਚੋੜ ਕੱਢ ਕੇ ਅਸੀਂ ਜੇ ਕੁਛ ਕਰਾਂਗੇ ਤਾਂ ਮੈਂ ਨਹੀਂ ਕਹਾਂਗਾ ਵੀ ਆਉਣ ਵਾਲੀ ਇੰਟਰਵਿਊ ਦੇ ਵਿੱਚ ਉਹ ਸੱਜਣ ਬੈਠੇ ਹੋਣ ਜਿਹੜੇ ਆਪਾਂ ਨੂੰ ਸੁਣ ਰਹੇ ਨੇ। ਅੱਛਾ, ਇੱਕ ਗੱਲ, ਕਿੰਨੂਆਂ 'ਚ ਸਮੱਸਿਆ ਕੀ ਹੈ ਜਿਹੜੀ ਤੁਸੀਂ ਫੇਸ ਕੀਤੀ ਅਤੇ ਜਿਹੜੀ ਕਿਸੇ ਨੂੰ ਇਸ ਵੱਲੋਂ ਤੋੜ ਸਕਦੀ ਹੈ? ਕਿੰਨੂਆਂ 'ਚ ਸਮੱਸਿਆ ਕੀ ਹੈ ਜੀ? ਸਾਰਿਆਂ ਨੂੰ ਬੰਦੇ ਵੀ ਕਿੰਨੂ ਜ਼ਿਆਦਾ ਪਾਣੀ ਨਾ ਮਾਰਦਾ, ਇਹ ਉੱਠੀ ਹੈ ਇਹ, ਅੱਛਾ, ਠੀਕ ਹੈ ਨਾ। ਇਹ ਕਿੰਨੂ ਜਿਹੜੀ ਆ ਵਾਟਰ ਮੈਨੇਜਮੈਂਟ ਦੀ ਖੇਤੀ ਆ, ਜਿਹੜੀ ਡ੍ਰਿਪ ਨਾਲ ਸੋਲਵ ਹੁੰਦੀ ਹੈ, ਅੱਛਾ, ਠੀਕ ਹੈ ਨਾ। ਇਸ ਕਰਕੇ ਡ੍ਰਿਪ 'ਤੇ ਕਿੰਨੂ ਲਾਵਾਂਗੇ ਤਾਂ ਕੁਆਂਟਿਟੀ 'ਚ ਕਦੇ ਤੁਹਾਨੂੰ ਘਾਟ ਨਹੀਂ ਆਊਗੀ। ਮੋਡੈਲਿਟੀ ਰੇਟ ਕਹਿ ਲਓ ਵੀ 0 ਹੋਊਗਾ। ਜੇ ਤੁਸੀਂ ਮੇਰਾ ਬਾਗ ਦੇਖਿਆ, ਸਾਡਾ 89 ਦੀ ਪਲਾਂਟੇਸ਼ਨ, ਉਹ ਵੀ ਅੱਜ ਖੜਾ, ਉਹ ਵੀ ਕਾਰਨ ਆ ਵੀ ਡ੍ਰਿਪ ਆ। ਜਿਹੜੇ ਬੂਟੇ ਪਹਿਲਾਂ ਮਰੇ ਨੇ, ਉਹ ਉਦੋਂ ਜਦੋਂ ਫਲੱਡ ਇਰੀਗੇਸ਼ਨ ਵੇਲੇ ਦੇ ਮਰੇ ਨੇ, ਜਿਹੜੇ ਉਹਨਾਂ ਨੂੰ ਇਨਫੈਕਸ਼ਨ ਆ ਚੁੱਕੀ ਸੀ। ਇਸ ਕਰਕੇ ਵੀ ਤੁਸੀਂ ਕਿੱਥੇ ਸੇਲ ਕਰਦੇ ਹੋ ਵੈਸੇ? ਬਹੁਤਾ ਸਾਡੀ ਸੇਲ ਪੰਜਾਬ ਦੇ ਵਿੱਚ ਤਾਂ ਲੁਧਿਆਣਾ ਜੀ, ਪਟਿਆਲਾ, ਨਾਭਾ ਅਤੇ ਪਾਤੜਾਂ। ਆਪ ਹੀ ਕਰਦੇ ਹੋ ਕਿ ਹੁਣ ਤਾਂ ਲੈ ਜਾਂਦੇ ਆ? ਨਹੀਂ, ਹੁਣ ਤਾਂ ਜੀ ਫੋਨ 'ਤੇ ਸਾਡਾ ਸਿਸਟਮ ਆ ਸਾਰਾ, ਸਾਡੀਆਂ ਗੱਡੀਆਂ ਆਪਦੀਆਂ ਨੇ, ਆੜ੍ਹਤੀਏ ਕੋਲੇ ਜਾਂਦਾ ਅਤੇ ਉਹ ਵੇਚ ਕੇ ਨਾਲ ਦੀ ਨਾਲ ਕਹਿ ਲਓ ਵੀ ਇੱਕ ਹਫ਼ਤੇ 'ਚ ਸਾਡੀ ਸਾਰੀ ਪੇਮੈਂਟ, ਸਾਰਾ ਕੰਮ ਇੱਕ ਨੰਬਰ ਦਾ ਜੀ। ਅੱਛਾ, ਮੈਨੂੰ ਇੱਕ ਗੱਲ ਦੱਸਿਓ, ਕਦੇ ਜ਼ਿੰਦਗੀ 'ਚ ਮੁੜਨ ਨੂੰ ਜੀ ਨਹੀਂ ਕੀਤਾ ਵੀ ਖੇਤੀ 'ਚ ਥੱਕ ਗਏ, ਔਕਾਤ ਆ, ਫਾਈਨੈਂਸ਼ੀਅਲ ਉਨੀ ਸਪੋਰਟ ਨਹੀਂ ਕਰਦੀ, ਕਦੇ ਜੀ ਨਹੀਂ ਕੀਤਾ ਯਾਰ ਰਵਾਇਤੀ ਕੰਮ ਕਰ ਲਈ? ਨਹੀਂ, ਆਨੰਦ ਆ ਜੀ। ਜਦੋਂ ਕਹਿ ਲਓ ਵੀ ਉਦੋਂ ਖੂਨ ਵੱਧ ਜਾਂਦਾ, ਜਦੋਂ ਮੇਰੀ ਬਾਗਬਾਨੀ ਕਰਕੇ ਲੋਕ ਕਹਿ ਲਓ ਜਾਂ ਸੱਜਣ ਮੇਰੇ ਵਾਲਾ ਰਾਹ ਅਖਤਿਆਰ ਕਰਨ ਨੂੰ ਕਹਿੰਦੇ ਨੇ ਵੀ ਸਾਨੂੰ ਬਾਈ ਜੀ ਗਾਈਡ ਕਰੋ ਹੈ ਨਾ, ਉਦੋਂ ਸ਼ੁਕਰ ਕਰੀਦਾ ਪਰਮਾਤਮਾ। B.Com ਕੀਤੀ ਵੀ ਸੀ, ਨੌਕਰੀ ਵੀ ਕੀਤੀ ਜਾ ਸਕਦੀ ਸੀ? ਨੌਕਰੀ ਬਸ ਉਹੀ ਉੱਤਮ ਖੇਤੀ ਮੱਧ ਵਪਾਰ ਵੀ ਸ਼ਾਇਦ ਜਿਹੜੇ ਪਰਿਵਾਰਕ ਸੰਸਕਾਰ ਦੀ ਨੌਕਰੀ, ਤੇ ਇਸ ਸਾਡੇ ਗੰਦੇ ਸਿਸਟਮ ਦੇ ਵਿੱਚ ਮੈਂ ਨਿਭ ਨਾ ਸਕਦਾ, ਸੰਸਕਾਰਾਂ 'ਤੇ ਚੱਲ ਨਾ ਸਕਦਾ। ਅੱਛਾ ਜੀ, ਆਖਰੀ ਸਵਾਲ ਹੈ ਮੇਰਾ, ਬੱਚਿਆਂ ਨੂੰ ਇਸ ਪੋਸਟ ਪਾਉਣ 'ਚ ਕਾਮਯਾਬ ਹੋਏ ਹੋ? ਸਾਡੇ ਬੱਚੇ ਕਹਿ ਲਓ ਵੀ ਸਾਰਿਆਂ ਦੇ ਅਸੀਂ ਮਹਿਸੂਸ ਕੀਤਾ ਵੀ ਫੋਰਨ ਡੈਲੀਗੇਸ਼ਨ ਦੇ ਵਿੱਚ ਜਾ ਕੇ
ਵੀ ਆਪਣੀ ਐਜੂਕੇਸ਼ਨ 'ਚ ਕੀ ਘਾਟ ਰਹਿ ਗਈ ਹੈ ਨਾ। ਦੂਜੇ ਸਕੂਲ 'ਚ ਪੜ੍ਹੇ ਕਰਕੇ ਕਹਿ ਲਓ ਵੀ ਇੰਗਲਿਸ਼ ਦੀ ਹਿੱਚ ਸੀ, ਸੁਣ ਲੈਂਦੇ ਆ, ਠੀਕ ਹੈ ਨਾ, ਬੋਲਣ ਦਾ ਫਲੋ ਹੈ ਨਹੀਂ ਹੈ ਨਾ, ਜਾਣੀ ਕਹਿ ਲਓ ਵੀ ਗੇਰ ਜੇ ਲਾ ਬੋਲ ਵੀ ਲਈਦਾ। ਅਤੇ ਉਹ ਅਸੀਂ ਵੀ ਬੱਚਿਆਂ ਨੂੰ ਨਾ ਇਹ ਚੀਜ਼ ਆ ਜੇ ਹੈ ਨਾ, ਤਾਂ ਸਾਰੇ ਬੱਚਿਆਂ ਦੀ, ਭਾਈਆਂ ਦੇ, ਭੈਣਾਂ ਦੇ, ਫਿਰ ਮੈਨੂੰ ਸ਼ੌਕ ਸੀਗਾ ਵੀ ਸਾਡੇ ਬੱਚੇ ਵਧੀਆ ਸਕੂਲਿੰਗ ਹੋਵੇ, ਤਾਂ ਅਸੀਂ PPS ਨਾਭਾ ਜੀ ਸਕੂਲਿੰਗ ਕਰਾਈ ਬੱਚਿਆਂ ਦੀ। ਜਦੋਂ ਛੁੱਟੀ ਆਉਂਦੇ ਸੀ ਬੱਚੇ ਸਾਡੇ, ਜੇ ਅਸੀਂ ਕਿੰਨੂ ਦਾ ਕੰਮ ਚੱਲਦਾ ਹੁੰਦਾ ਤਾਂ ਮਸ਼ੀਨ 'ਚ ਕਰੇਟ ਪਾਉਂਦੇ ਸੀ, ਠੀਕ ਹੈ। ਮੈਂ ਉਹਨਾਂ ਨੂੰ ਕਹਿਣਾ ਬੇਟਾ ਇੰਨੇ ਕਰੇਟ ਪਾਓ ਅਤੇ ਤੁਹਾਡੇ ਇੰਨੇ ਇੱਕ ਕਰੇਟ ਦੇ ਪੈਸੇ, ਉਦੋਂ ਬਾਅਦ ਆਪਾਂ ਕੋਈ ਟ੍ਰੀਟ ਕਰਾਂਗੇ, ਆਪਾਂ ਘੁੰਮਣ ਚੱਲਾਂਗੇ, ਦਮਦਮਾ ਸਾਹਿਬ ਚੱਲਾਂਗੇ, ਆਪਾਂ ਮਹਿਤੀਆਣਾ ਗੁਰਦੁਆਰਾ ਸਾਹਿਬ ਚੱਲਾਂਗੇ। ਉੱਥੇ ਇਹ ਸੀ ਮਹਿਤੀਆਣਾ ਸਾਹਿਬ ਜਾਣ ਦਾ, ਉੱਥੇ ਬੱਚਿਆਂ ਨੂੰ ਲਾਈਵ ਦੇਖਦੇ ਇੱਕ ਤਰ੍ਹਾਂ ਦਾ, ਤਾਂ ਉਹਨਾਂ 'ਤੇ ਧਾਰਮਿਕ ਫਲਸਫੇ ਦਾ ਅਸਰ ਹੁੰਦਾ, ਠੀਕ ਹੈ ਨਾ। ਅਤੇ ਇੱਕ ਆਪਾਂ ਇਹ ਵੀ ਅੱਜ ਕੱਲ੍ਹ ਪਦਾਰਥਵਾਦੀ ਯੁੱਗ ਦੇ ਵਿੱਚੋਂ ਅਸੀਂ ਉਹ ਸਾਡਾ ਜਿਹੜਾ ਅਮੀਰ ਵਿਰਸਾ ਸੀ ਉਹਦੇ ਨਾਲੋਂ ਵੀ ਬੱਚੇ ਤੋੜ ਰਹੇ ਹਾਂ, ਠੀਕ ਹੈ ਨਾ। ਕਾਰਟੂਨ ਸਾਡੀਆਂ ਸਰਕਾਰਾਂ, ਸ਼੍ਰੋਮਣੀ ਕਮੇਟੀ ਦਾ ਵੀ ਮੈਂ ਜ਼ਿਕਰ ਕਰਦਾ ਤੇ ਤੁਸੀਂ ਇਹਨੂੰ ਕਰ ਸਕਦੇ ਹੋ ਵੀ ਕਾਰਟੂਨ ਫਿਲਮਾਂ ਬਣਾ ਕੇ ਉਹੋ ਜਿਹੀਆਂ ਤੁਸੀਂ ਬੱਚਿਆਂ ਨੂੰ ਆਪਾਂ ਸੰਸਕਾਰ ਦੇ ਸਕਦੇ ਹਾਂ, ਮੁੱਦਾ ਗਾ ਹੈ ਨਾ। ਉਹ ਤਾਂ ਕਾਰਟੂਨ ਫਿਲਮਾਂ ਤਾਂ ਮੋਂਗਲੀ ਹੋ ਰਹੀਆਂ ਚੱਲੀ ਜਾਂਦੀਆਂ ਨੇ, ਜਿਹੜੀਆਂ ਕਹਿ ਲਓ ਉਹੋ ਜਿਹੀਆਂ ਫਿਲਮਾਂ ਬਣਾ ਕੇ, ਕਾਰਟੂਨ ਫਿਲਮਾਂ ਬਣਾ ਕੇ ਸੰਸਕਾਰ ਉਸ ਰਾਹੀਂ ਡਿਲੀਵਰ ਕਰ ਸਕਦੇ ਹਾਂ। ਇਹ ਕਹਿ ਲਓ ਵੀ ਪੰਜਾਬ ਦੀ ਸਮੱਸਿਆ ਮੈਂ ਕਹਾਂਗਾ ਸੰਸਕਾਰਾਂ ਦੀ ਸਮੱਸਿਆ, ਉਹ ਅਸੀਂ ਦੇਣ ਤੋਂ ਖੁੰਝੀ ਜਾਂਦੇ ਹਾਂ। ਅੱਛਾ, ਮੇਰਾ ਆਖਰੀ ਸਵਾਲ ਹੈ, ਛੋਟਾ ਫਾਰਮਰ ਵੀ ਬਾਗਬਾਨੀ ਰਾਹੀਂ ਵਾਪਸੀ ਕਰ ਸਕਦਾ? ਉਹ ਤਾਂ ਬਹੁਤ ਵਧੀਆ ਕਰ ਸਕਦਾ, 2-3-5 ਏਕੜ ਵਾਲਾ। ਹਾਂ, ਉਹ ਕਾਰਨ ਇਹ ਹੈ, ਉਹ ਬਾਗਬਾਨੀ ਦੇ ਨਾਲ ਸਬਜ਼ੀ ਦਾ ਵਿੱਚ ਸ਼ੁਰੂ ਕਰ ਸਕਦਾ। ਕਿਉਂਕਿ ਤੁਹਾਡੇ ਤੇ ਇੱਕ ਸਵਾਲ ਆ ਸਕਦਾ ਨਾ ਵੀ ਤੁਹਾਡੇ ਕੋਲ ਤਾਂ ਜ਼ਮੀਨ ਸੌਖੀ ਹੈ। ਨਹੀਂ, ਇਹ ਨਹੀਂ ਕਹਿ ਸਕਦੇ। ਮੈਂ ਜ਼ਮੀਨ ਜਦੋਂ ਸ਼ੁਰੂ ਕੀਤੀ, ਜ਼ਮੀਨ ਦੇ ਉੱਤੇ ਸਿਸਟਮ ਹੀ ਇੰਨਾ ਸੀ ਜਿਹੜਾ ਸ਼ਾਇਦ ਮੈਂ ਇੰਨੀ ਸਟਰਗਲ ਨਾ ਕਰਦਾ, ਉਹ ਜ਼ਮੀਨ ਚਲੀ ਜਾਂਦੀ। ਅੱਛਾ, ਜੇ ਬਾਗਬਾਨੀ ਨਾ ਕਰਦੇ, ਠੀਕ ਹੈ। ਹਾਂ, ਇਹਦੇ ਵਿੱਚ ਇੰਟਰਕ੍ਰੋਪਿੰਗ ਤੁਸੀਂ ਉਹੋ ਜਿਹੀਆਂ ਕ੍ਰੌਪਸ ਦੀ, ਟਮਾਟਰ, ਸੋਆਬੀਨ, ਉਹੋ ਜਿਹੀਆਂ ਚੀਜ਼ਾਂ ਕਰ ਸਕਦੇ ਹਾਂ, ਦਾਲਾਂ ਕਰ ਸਕਦੇ ਹਾਂ, ਜਿਹਦੇ ਨਾਲ ਸਾਡੀ ਇਨਕਮ, ਪਹਿਲੇ ਜਦੋਂ 4 ਸਾਲ ਸਾਨੂੰ ਬਾਗਬਾਨੀ ਦੀ ਇਨਕਮ ਨਹੀਂ ਆਉਂਦੀ, ਉਹ ਇਨਕਮ ਉੱਧਰੋਂ ਲੈ ਸਕਦੇ ਹਾਂ। ਬਾਕੀ ਜਾਨੀ ਇਕੱਲਾ ਬਾਗਬਾਨ ਤਾਂ ਉਦੋਂ ਵੀ ਘੱਟ ਵਾਲਾ ਸੜਕ 'ਤੇ ਜੂਸ ਵਾਲਾ ਕੰਮ ਚਲਾ ਲਊਗਾ, 1 ਰੁਪਏ ਦੇ 5 ਰੁਪਏ ਬਣਾ ਸਕਦਾ, ਠੀਕ ਹੈ ਨਾ। ਮੇਰਾ ਪਾਈਪਲਾਈਨ ਦਾ ਪ੍ਰੋਜੈਕਟ ਹੈ ਵੀ ਮੈਂ, ਜੇ ਤੁਸੀਂ ਇੰਟਰਵਿਊ ਦਾ ਲਾਸਟ ਆ, ਮੈਂ ਸਾਰਿਆਂ ਨਾਲੋਂ ਧੰਨਵਾਦ ਜਿਹੜਾ ਕਰਦਾ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਅਤੇ ਉਹਨਾਂ ਦਾ, ਅਤੇ ਸਾਰਿਆਂ ਨਾਲੋਂ ਵੱਧ ਧੰਨਵਾਦ ਮੈਂ ਆਪਦੇ ਆਲੋਚਕਾਂ ਦਾ ਕਰਦਾ ਜਿਹਨੇ ਮੇਰੀ ਜਿਹੜੀ ਉਹ ਆ ਮੱਠੀ ਨਹੀਂ ਪੈਣ ਦਿੱਤੀ ਚਾਲ, ਅਤੇ ਉਦੋਂ ਵੱਧ ਧੰਨਵਾਦ ਸ਼ੁਭਚਿੰਤਕਾਂ ਦਾ ਜਿਨ੍ਹਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ। ਕੋਈ ਥਾਪੀ ਬਿਨਾਂ ਆਪਾਂ ਚੱਲ ਨਹੀਂ ਸਕਦੇ। ਅਤੇ ਸਰਕਾਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਮੇਰੇ ਕੀਤੇ ਕੰਮ ਨੂੰ ਮਾਣ ਸਨਮਾਨ ਦੇ ਕੇ ਮੈਨੂੰ ਅਵਾਰਡਾਂ ਨਾਲ ਸਨਮਾਨਿਤ ਕੀਤਾ। ਬਹੁਤ ਸ਼ੁਕਰੀਆ, ਥੈਂਕ ਯੂ ਜੀ। ਸੁਖਪਾਲ ਸਿੰਘ ਭੁੱਲਰ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ। ਗੱਲਬਾਤ ਬੇਸ਼ੱਕ ਅੱਧੇ ਘੰਟੇ ਤੱਕ ਚਲੀ ਗਈ ਹੈ, ਪਰ ਅੱਧੇ ਘੰਟੇ 'ਚ ਇੱਕ ਉਮਰ ਨੂੰ ਆਪਾਂ ਨਾਪ ਲਿਆ। ਇੱਕ ਕਰਜ਼ੇ ਦੀ ਜਿਹੜੀ ਸਥਿਤੀ ਇਸ ਵਕਤ ਪੰਜਾਬ ਦੇ ਬਹੁਤੇ ਕਿਸਾਨਾਂ 'ਤੇ ਮੰਡਰਾ ਰਹੀ ਹੈ, ਇੱਕ ਸਫ਼ਰ ਇਹਨਾਂ ਨੇ ਵੀ ਉਹਦੇ ਵਿੱਚ ਕੀਤਾ ਅਤੇ ਉਹਦੇ ਵਿੱਚੋਂ ਨਿਕਲਣ ਦਾ ਜਿਹੜਾ ਦਾਅ ਪੇਚ, ਇਹਨਾਂ ਨੇ ਨੌਕਰੀ ਨਹੀਂ ਰੱਖਿਆ ਜਾਂ ਕੋਈ ਹੋਰ ਦਾਅ ਨਹੀਂ ਲਾਇਆ। ਇਹਨਾਂ ਨੇ ਉੱਤਮ ਖੇਤੀ ਨੂੰ, ਉੱਤਮ ਤਾਂ ਉਹਦੀ ਪਛਾਣੀ ਅਤੇ ਉਹਦੇ ਵਿੱਚ ਕੰਮ ਕੀਤਾ। ਇੱਕ ਬਹੁਤ ਵੱਡੀ ਲਾਈਨ ਜਿਹੜੀ ਅੱਜ ਤੁਹਾਨੂੰ ਮਿਲੀ ਹੈ ਕਿ ਜਿਹੜੇ ਪੈਰਾਂ ਦੇ ਨਿਸ਼ਾਨ ਹਨ ਖੇਤ ਦੇ ਵਿੱਚ, ਉਹ ਵਾਕਈ ਖੇਤ ਨੂੰ ਵੱਡਾ ਕਰਦੇ ਹੈ। ਤਾਂ ਸਾਡਾ ਮੈਨੂੰ ਇੱਕ ਡਾਕਟਰ ਦੀ ਲਾਈਨ ਚੇਤੇ ਆਉਂਦੀ ਹੈ ਕਿ ਪੰਜਾਬ ਦਾ ਜਿਹੜਾ ਫਿਊਚਰ ਹੈ, ਉਹਦਾ ਪਾਸਟ ਹੀ ਉਹਦਾ ਫਿਊਚਰ ਹੈ, ਅਤੇ ਸਾਨੂੰ ਸਮਝਣ ਦੀ ਜਿਹੜੀ ਲੋੜ ਹੈ। ਅੱਗੇ ਲੋਕ ਸਾਡੇ ਗੋਤਾਂ 'ਚ ਵਿਆਹ ਨਹੀਂ ਸੀ ਕਰਦੇ ਹੁੰਦੇ, ਅਤੇ ਅੱਗੇ ਲੋਕ ਨਾਨਕੇ ਦਾਦਕਿਆਂ ਦੇ ਗੋਤ ਛੱਡਦੇ ਹੁੰਦੇ। ਉਹਦਾ ਟੈਕਨੀਕਲ ਰੀਜ਼ਨ ਸੀ ਕਿ ਬਿਮਾਰੀਆਂ ਟਰਾਂਸਫਰ ਨਹੀਂ ਸੀ ਹੁੰਦੀਆਂ। ਇਹ ਮੈਨੂੰ ਇੱਕ ਬਹੁਤ ਵੱਡੇ ਡਾਕਟਰ ਨੇ ਦੱਸੀ ਸੀ, ਪਰ ਸਾਡੇ ਪੁਰਖੇ ਤਾਂ ਪਹਿਲਾਂ ਹੀ ਇਹ ਚੀਜ਼ਾਂ ਕਹਿ ਦਿੱਤੀਆਂ ਸੀ। ਸਾਨੂੰ ਆਪਣੇ ਪੁਰਖਿਆਂ ਵੱਲ ਧਿਆਨ ਮਾਰਨ ਦੀ ਲੋੜ ਹੈ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।